ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਔਰ ਆਪਣੀ ਪੜ੍ਹਾਈ ਆ ਜੋ ਇੱਕ ਬਿਹਤਰੀਨ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ। ਤੇ ਅੱਜ ਆਪਾਂ ਤੁਹਾਡੇ ਲਈ ਜਿਹੜਾ ਟੌਪਿਕ ਲੈ ਕੇ ਆਏ ਹਾਂ ਉਹ ਹੈ ਜੁਡੀਸ਼ਰੀ ਆਫ ਇੰਡੀਆ। ਠੀਕ ਆ, ਤਾਂ ਭਾਰਤ ਦੀ ਜੁਡੀਸ਼ਰੀ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਜੋ ਤੁਹਾਡਾ ਐਗਜ਼ਾਮ ਦੇ ਵਿੱਚ ਜੁਡੀਸ਼ਰੀ ਨੂੰ ਲੈ ਕੇ ਜਿੰਨੇ ਵੀ ਕੁਐਸਚਨ ਆਉਂਦੇ ਨੇ, ਠੀਕ ਆ, ਤੇ ਇਹਦੇ ਵਿੱਚੋਂ ਕੋਈ ਤੁਹਾਡਾ ਕੁਐਸਚਨ ਆ ਜਿਹੜਾ ਉਹ ਸਕਿਪ ਨਾ ਹੋਵੇ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਔਰ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਜ਼ਰੂਰ ਕਰਨ। ਠੀਕ ਆ, ਤਾਂ ਆਪਣਾ ਜੋ ਅੱਜ ਦਾ ਟੌਪਿਕ ਆ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਦੇਖੋ, ਇੰਡੀਅਨ ਜੁਡੀਸ਼ਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਣਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਠੀਕ ਆ, ਉਹਦੇ 'ਚ ਆਪਣੇ ਕੋਲੇ 3 ਪਿਲਰ ਨੇ। ਲੈਜਿਸਲੇਚਰ ਆ, ਐਗਜ਼ੀਕਿਊਟਿਵ ਆ ਐਂਡ ਜੁਡੀਸ਼ਰੀ ਆ। ਠੀਕ ਆ, ਇਹ ਮਤਲਬ ਕਿ 3 ਮੁੱਖ ਅੰਗ ਨੇ ਤੇ ਇਹਨਾਂ ਤੋਂ ਬਿਨਾ ਜਿਹੜਾ ਆਪਣੀ ਉਹ ਮਤਲਬ ਕਿ ਸਰਕਾਰ ਕਹਿ ਲਓ, ਤੁਸੀਂ ਦੇਸ਼ ਕਹਿ ਲਓ, ਦੇਸ਼ ਦੀ ਐਡਮਿਨਿਸਟ੍ਰੇਸ਼ਨ ਕਹਿ ਲਓ, ਉਹ ਨਹੀਂ ਚੱਲ ਸਕਦੀ। ਤੇ ਜਿਹੜੀ ਲੈਜਿਸਲੇਚਰ ਆ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ, ਤੇ ਇਹ ਹੋ ਗਈ ਆਪਣੀ ਵਿਧਾਨ ਪਾਲਿਕਾ, ਕਾਰਜਪਾਲਿਕਾ, ਔਰ ਆ ਜੁਡੀਸ਼ਰੀ ਹੋ ਗਈ ਨਿਆਂਪਾਲਿਕਾ। ਤੇ ਜਿਹੜੀ ਲੈਜਿਸਲੇਚਰ ਆ ਇਹਦਾ ਕੰਮ ਆ ਕਾਨੂੰਨ ਬਣਾਉਣਾ, ਜਾਣੀ ਕਿ ਇਹਦੇ 'ਚ ਆਪਣੀ ਪਾਰਲੀਮੈਂਟ ਵਗੈਰਾ। ਐਗਜ਼ੀਕਿਊਟਿਵ ਵਾਲੇ ਹੁੰਦੇ ਜਿਹੜੇ ਲਾਗੂ ਕਰਦੇ ਨੇ, ਠੀਕ ਆ, ਔਰ ਜਿਹੜੀ ਜੁਡੀਸ਼ਰੀ ਆ ਉਹ ਫਿਰ ਬਾਅਦ ਦੇ ਵਿੱਚ ਨਿਆਂ ਕਰਦੀ ਆ। ਜਿਵੇਂ ਕਿ ਆਪਾਂ ਦੇਖੀਏ ਵੀ ਜੇ ਆਪਾਂ ਕੋਈ ਵੀ ਆਪਣੇ ਕੰਟਰੀ ਆ ਆਪਣੀ ਆ ਜਾਂ ਕੋਈ ਵੀ ਕੰਟਰੀ ਆ, ਤਾਂ ਉਹ ਜੇ ਸਾਰੀਆਂ ਚੀਜ਼ਾਂ ਆਪਾਂ ਕਿਸੇ ਇੱਕ ਦੇ ਹੱਥ ਦੇ ਵਿੱਚ ਦੇ ਦਈਏ ਤਾਂ ਉਹ ਮਤਲਬ ਕਿ ਇੰਡੀਪੈਂਡੈਂਟ ਹੋ ਕੇ ਕੰਮ ਨਹੀਂ ਕਰ ਸਕਦੇ। ਤਾਂ ਕਰਕੇ ਆਪਣੇ ਇਹ ਸਾਰੇ ਇੰਟੀਗਰਲ ਪਾਰਟ ਹੁੰਦੇ ਅਲੱਗ-ਅਲੱਗ ਨੇ। ਓਕੇ, ਤਾਂ ਅੱਗੇ ਦੇਖੋ, ਤਾਂ ਜਿਹੜੀ ਸਾਡੀ ਜੁਡੀਸ਼ਰੀ ਆ ਉਹ ਇੰਡੀਪੈਂਡੈਂਟ ਆ, ਮਤਲਬ ਇੰਡੀਪੈਂਡੈਂਟ ਆ। ਇਹਦੇ ਬਾਰੇ ਅੱਗੇ ਆਪਾਂ ਗੱਲ ਕਰਾਂਗੇ ਵੀ ਕਿਹੜੇ ਤਰੀਕੇ ਨਾਲ ਇਹ ਇੰਡੀਪੈਂਡੈਂਟ ਆ। ਠੀਕ ਆ, ਤਾਂ ਇਹਦੇ ਬਾਰੇ ਹੁਣ ਤੁਸੀਂ ਨੋਟ ਕਰਨਾ। ਤਾਂ ਦੇਖੋ, ਆਪਾਂ ਜੇ ਹੁਣ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਤਾਂ ਆਪਣੇ ਕੋਲੇ ਇਹ ਜਿਹੜੀ ਜੁਡੀਸ਼ਰੀ ਆ ਇਹ ਆਪਣੇ ਐਵੇਂ ਮਤਲਬ ਕਿ ਇੱਕ ਆਹ ਤਰੀਕੇ ਦੇ ਨਾਲ ਚੱਲਦੀ ਆ। ਜਿਵੇਂ ਸਭ ਤੋਂ ਨੀਚੇ ਇੱਥੇ ਤਾਂ ਹੋ ਗਿਆ ਆਪਣੇ ਡੀਸੀ ਜਾਣੀ ਕਿ ਡਿਸਟ੍ਰਿਕਟ ਕੋਰਟ ਹੁੰਦੇ ਆ। ਫਿਰ ਇਹਦੇ ਉੱਪਰ ਆਪਣੇ ਕਿਹੜੇ ਹੁੰਦੇ ਨੇ, ਐਚਸੀ ਜਾਣੀ ਕਿ ਹਾਈ ਕੋਰਟ ਹੁੰਦੇ ਆ। ਫਿਰ ਸਾਰੀ ਇੰਡੀਆ ਦਾ ਇੱਕ ਆਪਣਾ ਕੋਰਟ ਆ ਵੱਡਾ, ਉਹ ਸੁਪਰੀਮ ਕੋਰਟ ਆ। ਆਹ ਹਾਈ ਕੋਰਟ ਹਰੇਕ ਸਟੇਟ ਦਾ ਜਾਂ ਫਿਰ ਇੱਕ ਤੋਂ ਜ਼ਿਆਦਾ 2 ਸਟੇਟਾਂ ਦਾ ਵੀ ਹੁੰਦਾ ਇਹ। ਜਿਵੇਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋ ਗਿਆ, ਉਹ ਮਤਲਬ ਕਿ ਪੰਜਾਬ ਤੇ ਹਰਿਆਣਾ ਦੋਨਾਂ ਦਾ ਸਾਂਝਾ ਹੀ ਆ। ਤੇ ਡਿਸਟ੍ਰਿਕਟ ਕੋਰਟ ਆ, ਇਹ ਮਤਲਬ ਹਾਈ ਕੋਰਟ ਦੇ ਅਧੀਨ ਹਰੇਕ ਜ਼ਿਲ੍ਹੇ ਦੇ ਵਿੱਚ ਹੁੰਦੇ ਆ। ਕਲੀਅਰ ਆ, ਤੁਸੀਂ ਇਹਨਾਂ ਨੂੰ ਨੋਟ ਕਰੀ ਜਾਣਾ। ਠੀਕ ਆ, ਤਾਂ ਹੁਣ ਦੇਖੋ, ਜੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਆਪਣੇ ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਆ? ਇਹਦੇ ਆਰਟੀਕਲ ਨੇ ਸੁਪਰੀਮ ਕੋਰਟ ਦੇ ਜਿਹੜੇ 124 ਤੋਂ ਲੈ ਕੇ 147 ਤੱਕ ਆ। ਠੀਕ ਹੈ, 124 ਤੋਂ 147 ਤੱਕ ਆ। ਔਰ ਜੇ ਆਪਾਂ ਦੇਖੀਏ ਵੀ ਪਾਰਟ ਕਿਹੜੇ ਦੇ ਵਿੱਚ ਆਉਂਦੀ ਹੈ, ਇਹ ਪਾਰਟ ਆਉਂਦੀ ਆ 5ਵੇਂ ਦੇ ਵਿੱਚ। ਕਲੀਅਰ ਆ, ਤੇ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ, ਇਹ 'ਚ ਤਾਂ ਵੀਡੀਓ ਦੇ ਵਿੱਚ ਆਪਾਂ ਸੁਪਰੀਮ ਕੋਰਟ ਬਾਰੇ ਗੱਲ ਕਰਾਂਗੇ। ਤੇ ਹਾਈ ਕੋਰਟ ਆਪਣੀ ਹੈਗੀ ਆ 214 ਆਰਟੀਕਲ ਤੋਂ ਲੈ ਕੇ, ਠੀਕ ਹੈ, 214 ਤੋਂ ਲੈ ਕੇ 232 ਤੱਕ ਆ। ਤੇ ਜੇ ਆਪਾਂ ਡਿਸਟ੍ਰਿਕਟ ਕੋਰਟ ਦੀ ਗੱਲ ਕਰੀਏ ਤਾਂ ਇਹ 233 ਤੋਂ ਲੈ ਕੇ 237 ਤੱਕ ਆ। ਹੁਣ ਦੇਖੋ, ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ, ਆਹ ਹਾਈ ਕੋਰਟ ਕਿਸੇ ਸਟੇਟ ਦੀ ਆ, ਆਹ ਇਹਦੇ ਅਧੀਨ ਹੀ ਡਿਸਟ੍ਰਿਕਟ ਕੋਰਟ ਹੁੰਦੀਆਂ। ਤਾਂ ਇਹਨਾਂ ਦੇ ਜਿਹੜੇ ਆਰਟੀਕਲ ਨੇ ਉਹ ਇਕੱਠੇ ਨੇ। ਤਾਂ ਇਹ ਆਪਣੇ ਪਾਰਟ 6 ਦੇ ਵਿੱਚ ਨੇ। ਕਲੀਅਰ ਆ, ਤਾਂ ਤੁਸੀਂ ਆਪਾਂ ਅੱਗੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਇਕੱਲਾ ਆਰਟੀਕਲ ਦੇ ਬਾਰੇ। ਇਹਦਾ ਤੁਹਾਨੂੰ ਇੱਕ ਬੇਸਿਕ ਓਵਰਵਿਊ ਦੇ ਰਹੇ ਹਾਂ ਵੀ ਮਤਲਬ ਕਿ ਜੇ ਤੁਹਾਨੂੰ ਆਉਂਦਾ ਵੀ ਕਿਹੜੇ ਪਾਰਟ ਦੇ ਵਿੱਚ ਬਹੁਤ MCQs ਇਹੋ ਜਿਹੇ ਨੇ ਵੀ ਜਿਨ੍ਹਾਂ ਦੇ ਵਿੱਚ ਇਹ ਦੇਖੋ ਤੁਸੀਂ ਵੀ ਉਹਨਾਂ ਨੇ ਪਾਰਟ ਹੀ ਪੁੱਛਿਆ ਹੋਇਆ ਵੀ ਮਤਲਬ ਕਿ ਜੁਡੀਸ਼ਰੀ ਆ ਜਾਂ ਸੁਪਰੀਮ ਕੋਰਟ ਆ ਵੀ ਉਹ ਕਿਹੜੇ ਪਾਰਟ ਦੇ ਵਿੱਚ ਆਉਂਦੀ ਆ, ਜਾਂ ਹਾਈ ਕੋਰਟ ਆ ਉਹ ਕਿਹੜੇ ਪਾਰਟ ਦੇ ਵਿੱਚ ਆਉਂਦੀ ਆ। ਤਾਂ ਸੁਪਰੀਮ ਕੋਰਟ ਜੇ ਪਾਰਟ ਪੁੱਛਦੇ ਆ ਦੈਨ ਪਾਰਟ ਇਹ 5ਵੇਂ ਦੇ ਵਿੱਚ ਆ, ਆਰਟੀਕਲ 124 ਤੋਂ ਲੈ ਕੇ 147 ਤੱਕ ਆ। ਤੇ ਹਾਈ ਕੋਰਟ ਆ ਜਿਹੜੀ ਉਹ 214 ਤੋਂ ਲੈ ਕੇ 232 ਤੱਕ ਆ। ਤਾਂ ਹੁਣ ਦੇਖੋ, ਜਿਹੜੇ ਵਿਚਾਲੇ ਜਿਵੇਂ 147 ਤੋਂ ਬਾਅਦ 148 ਵਗੈਰਾ ਹੋ ਗਏ, ਉਹਨਾਂ ਦੇ ਵਿੱਚ ਕੈਗ ਜਾਂ ਜਿਹੜੇ ਬਾਕੀ ਹੋਰ ਨੇ ਉਹ ਸਾਰੇ ਆਪਣੇ ਇਹਦੇ 'ਚ ਆ ਜਾਂਦੇ ਨੇ। ਠੀਕ ਆ, ਤੇ ਤੁਸੀਂ ਬਸ ਇੱਥੇ ਆਪਾਂ ਸੁਪਰੀਮ ਕੋਰਟ ਦੇ ਬਾਰੇ ਹੀ ਗੱਲ ਕਰ ਰਹੇ ਹਾਂ। ਓਕੇ, ਤਾਂ ਬਾਕੀ ਇਹ ਤੋਂ ਬਿਨਾਂ ਆਪਣੇ ਹੋਰ ਵੀ ਕੋਰਟ ਹੁੰਦੇ ਆ, ਜਿਵੇਂ ਕਿ ਆਪਾਂ ਕਹਿੰਦੇ ਹਾਂ ਇੱਕ ਤਾਂ ਸੁਪਰੀਮ ਕੋਰਟ ਹੋ ਗਿਆ, ਹਾਈ ਕੋਰਟ ਹੋ ਗਿਆ, ਡਿਸਟ੍ਰਿਕਟ ਕੋਰਟ ਹੋ ਗਿਆ। ਮਤਲਬ ਕਈ ਟ੍ਰਿਬਿਊਨਲ ਕੋਰਟ ਵੀ ਹੁੰਦੇ ਆ, ਫੈਮਿਲੀ ਕੋਰਟ ਹੁੰਦੇ ਆ, ਕੰਜ਼ਿਊਮਰ ਕੋਰਟ ਹੁੰਦੇ ਆ, ਲੋਕ ਅਦਾਲਤਾਂ, ਫਾਸਟ ਟਰੈਕ ਕੋਰਟ, ਈ ਕੋਰਟ, ਮੋਬਾਈਲ ਕੋਰਟ, ਗ੍ਰਾਮ ਨਿਆਇਲੇ, ਮਤਲਬ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਸਾਰੀਆਂ। ਤਾਂ ਆਪਾਂ ਸੁਪਰੀਮ ਕੋਰਟ ਦੇ ਬਾਰੇ ਗੱਲ ਕਰਦੇ ਹਾਂ। ਹੁਣ ਆਪਾਂ ਇਹਦਾ ਜਾਂ ਥੋੜ੍ਹਾ ਜਿਹਾ ਇਤਿਹਾਸ ਦੇ ਬਾਰੇ ਗੱਲ ਕਰਦੇ ਹਾਂ, ਤੁਸੀਂ ਨੋਟ ਕਰੀ ਜਾਣੀ ਆ ਨਾਲ ਦੀ ਨਾਲ। ਠੀਕ ਆ, ਤਾਂ ਹੁਣ ਦੇਖੋ, ਆਪਣੇ ਕੋਲੇ ਹੁੰਦੀ ਆ ਫੈਡਰਲ ਕੋਰਟ। ਠੀਕ ਆ, ਤਾਂ ਫੈਡਰਲ ਕੋਰਟ ਇਹ ਬਣੀ ਸੀ ਆਪਣੀ ਗਵਰਨਮੈਂਟ ਆਫ ਇੰਡੀਆ ਐਕਟ 1935, ਇਹਦੇ ਨਾਲ ਬਣੀ ਸੀ। ਬਣੀ ਕਿੰਨੇ 'ਚ ਸੀ ਇਹ? ਆਪਣੇ 1937 ਦੇ ਵਿੱਚ। ਕਲੀਅਰ ਆ, ਤਾਂ ਆਪਣੇ ਪਹਿਲਾਂ ਕਿਹੜੀ ਸੀ? ਫੈਡਰਲ ਕੋਰਟ ਸੀ, ਜਿਹੜੀ ਤਾਂ ਸੁਪਰੀਮ ਕੋਰਟ ਦਾ ਹੁਣ ਮਤਲਬ ਕਿ ਜਿਹੜੀ ਅੱਜ ਸੁਪਰੀਮ ਕੋਰਟ ਹੈ ਕਿਹਦਾ ਰੂਪ ਆ? ਫੈਡਰਲ ਕੋਰਟ 1937 ਦਾ ਹੀ ਰੂਪ ਅੱਗੇ ਮਤਲਬ ਬਾਅਦ ਦੇ ਵਿੱਚ। ਤਾਂ ਇਦੋਂ ਬਾਅਦ ਜਦੋਂ ਆਪਣਾ ਸੰਵਿਧਾਨ 1950 ਦੇ ਵਿੱਚ ਲਾਗੂ ਹੋ ਗਿਆ, ਤਾਂ ਇਦੋਂ ਸੰਵਿਧਾਨ ਲਾਗੂ ਹੋਣ ਤੋਂ 2 ਦਿਨ ਬਾਅਦ ਯਾਨੀ ਕਿ 28 ਜਨਵਰੀ 1950 ਨੂੰ, ਠੀਕ ਆ, ਇਹਦਾ ਨਾਮ ਅਸੀਂ ਬਦਲ ਕੇ ਕਰਤਾ ਸੁਪਰੀਮ ਕੋਰਟ। ਠੀਕ ਆ, ਫਿਰ ਅਸੀਂ ਇਹਦਾ ਨਾਮ ਚੇਂਜ ਕਰਕੇ ਕੀ ਕਰਤਾ? ਸੁਪਰੀਮ ਕੋਰਟ ਰੱਖਤਾ। ਤੇ ਜਦੋਂ ਇਹ ਆਪਣੇ ਕੋਲੇ ਮਤਲਬ ਕਿ ਸੰਵਿਧਾਨਕ ਤਰੀਕੇ ਨਾਲ ਇਹਨੂੰ ਆਪਾਂ ਬਣਾਇਆ ਸੀ, ਉਦੋਂ ਇਹਦਾ 1+7 = 8 ਜੱਜ। ਠੀਕ ਆ,
ਕਿੰਨੇ ਜੱਜ ਸੀਗੇ 8 ਸੀਗੇ, ਜਾਣੀ ਕਿ ਜਿਹੜਾ ਇੱਕ ਆਪਾਂ ਸਪੈਸ਼ਲ ਤੌਰ ਤੇ ਲਿਖਿਆ ਇਹ CJI ਜਾਣੀ ਕਿ ਚੀਫ ਜਸਟਿਸ ਆਫ ਇੰਡੀਆ, ਜਿਹੜਾ ਸਭ ਤੋਂ ਹੈੱਡ ਸੁਪਰੀਮ ਕੋਰਟ ਦਾ ਹੈੱਡ ਜੱਜ ਹੁੰਦਾ ਤਾਂ ਉਹਨੂੰ ਅਸੀਂ ਲਿਖਦੇ ਹਾਂ CJI। ਕਲੀਅਰ ਆ? ਤਾਂ ਉਦੋਂ ਸੀ। ਤਾਂ ਹੁਣ ਜੇ ਆਪਾਂ ਵੈਸੇ ਗੱਲ ਕਰੀਏ ਵੀ ਮਤਲਬ ਕਿ ਫਸਟ ਕੋਰਟ ਕਿਹੜਾ ਸੀਗਾ, ਤਾਂ ਜੇ ਆਪਾਂ ਫਸਟ ਕੋਰਟ ਦੀ ਗੱਲ ਕਰੀਏ ਤਾਂ ਫਸਟ ਕੋਰਟ ਕਿਹੜਾ ਸੀਗਾ ਆਪਣੇ ਕੋਲੇ, ਆਪਣਾ ਜਿਵੇਂ ਕਿ ਹੁਣ ਚਾਰਟਰ ਐਕਟ ਆਉਂਦੇ ਸੀ ਜਾਂ ਰੈਗੂਲੇਟਿੰਗ ਐਕਟ ਆਇਆ, ਠੀਕ ਆ, ਰੈਗੂਲੇਟਿੰਗ ਐਕਟ 1973, ਤਾਂ ਆਪਾਂ ਇਹਦੇ 'ਚ ਪੜ੍ਹਦੇ ਹਾਂ ਨਾ 1973 ਦੇ ਵਿੱਚ ਆਇਆ। ਤਾਂ ਇਹਦੇ ਆਉਣ ਨਾਲ ਮਤਲਬ ਕਿ ਇਦੋਂ ਅਗਲੇ ਸਾਲ ਹੀ 1773 ਇੱਥੇ 1774 ਦੇ ਵਿੱਚ ਆਪਣੇ ਬਣੀ ਸੀ, ਠੀਕ ਆ, ਜਿਹੜੀ ਆਪਣੇ ਕੋਰਟ ਬਣੀ ਸੀਗੀ ਉਹ ਬਣੀ ਸੀਗੀ ਕਲਕੱਤੇ। ਇਹ ਕੋਰਟ ਕਿੱਥੇ ਬਣੀ ਸੀਗੀ? ਕਲਕੱਤੇ 'ਚ। ਤੇ ਇਹ ਜਿਹੜਾ ਕਾਰਜ ਖੇਤਰ ਸੀਗਾ ਉਹ ਇੱਕ ਲਿਮਟਿਡ ਸੀਗਾ। ਇਹਦੇ ਵਿੱਚ ਵੀ 1+7 ਯਾਨੀ ਕਿ 8 ਜੱਜ ਸੀਗੇ, ਠੀਕ ਆ। ਤੇ ਜੇ ਹੁਣ ਆਪਾਂ ਕਰੰਟ ਦੀ ਗੱਲ ਕਰੀਏ ਹੁਣ ਕਿੰਨੇ ਨੇ, ਤਾਂ ਹੁਣ ਆਪਣੇ ਹੈਗੇ ਨੇ 1+33 ਯਾਨੀ ਕਿ 34 ਜੱਜ ਨੇ। ਕਲੀਅਰ ਆ? ਹੁਣ ਆਪਣੇ ਕਿੰਨੇ ਨੇ 34 ਜੱਜ ਨੇ। ਤੇ ਇਹ ਕਦੋਂ ਵਧੇ ਨੇ, ਜਿਹੜੇ ਆਹ ਵਾਲੀ ਗਿਣਤੀ ਆਪਣੇ ਵਧਾਈ ਹੈ ਇਹ 2019 ਦੇ ਵਿੱਚ CAA ਕੀਤੀ ਸੀ ਇਹਨਾਂ ਨੇ, ਠੀਕ ਆ, ਮਤਲਬ 2019 ਦੇ ਵਿੱਚ ਅਮੈਂਡਮੈਂਟ ਕੀਤੀ ਸੀਗੀ, ਉਹਦੇ ਨਾਲ ਇਹ ਵਧਾ ਕੇ 34 ਜੱਜ ਕਰਤੇ। ਪਹਿਲਾਂ 30 ਸੀ ਤੇ ਹੁਣ ਆਪਣੇ ਕਿੰਨੇ ਨੇ 34 ਜੱਜ ਹੋ ਗਏ। ਤਾਂ ਹੁਣ ਤੱਕ 6 ਵਾਰ ਸੰਸ਼ੋਧਨ ਕੀਤਾ ਜਾ ਚੁੱਕਿਆ ਇਹਨਾਂ ਦੇ ਵਿੱਚ। ਤਾਂ ਹੁਣ ਕੁਝ ਕੁ ਫੈਕਟ ਦੀ ਜੇ ਆਪਾਂ ਹੋਰ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੇਖੋ ਕਿਹੜੀ ਕੋਰਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਜੱਜ ਨੇ ਉਹ ਹਾਈ ਕੋਰਟ ਦੇ ਵਿੱਚ ਨੇ? ਇਲਾਹਾਬਾਦ ਹਾਈ ਕੋਰਟ ਦੇ ਵਿੱਚ ਸਭ ਤੋਂ ਵੱਧ ਜੱਜ ਨੇ, ਕਿੰਨੇ? 160 ਜੱਜ ਨੇ, ਠੀਕ ਆ। ਪਰ ਮਤਲਬ ਇੰਨੇ ਹੋ ਸਕਦੇ ਨੇ ਮੈਕਸਿਮਮ। ਤੇ ਆਪਾਂ ਪੰਜਾਬ ਤੇ ਹਰਿਆਣਾ ਦੀ ਗੱਲ ਕਰੀਏ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 85 ਹੋ ਸਕਦੇ ਆ। ਇਹ ਆਪਾਂ ਹਾਈ ਕੋਰਟ ਦੀ ਗੱਲ ਕੀਤੀ ਆ। ਤੇ ਆ ਇਹਨਾਂ ਦੇ ਬਾਰੇ ਹੁਣ ਆਪਾਂ ਇਤਿਹਾਸ ਦੇ ਬਾਰੇ ਗੱਲ ਕੀਤੀ ਆ ਵੀ ਮਤਲਬ ਕਿ ਜੁਡੀਸ਼ਰੀ ਆਪਣੇ ਕੀ ਹਿਸਾਬ ਕਿਤਾਬ ਆ। ਤਾਂ ਆਪਣੇ ਜਿਹੜਾ ਹੁਣ ਮਤਲਬ ਕਿ ਰੂਪ ਆ ਉਹ ਆਪਣੇ ਫੈਡਰਲ ਕੋਰਟ ਤੋਂ ਆਇਆ। ਫੈਡਰਲ ਕੋਰਟ 1937 'ਚ ਬਣਿਆ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਨਾਲ। ਓਕੇ, ਤਾਂ ਫਿਰ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਹੋ ਗਿਆ। ਤਾਂ 28 ਜਨਵਰੀ 1950 ਨੂੰ ਅਸੀਂ ਇਹਦਾ ਨਾਮ ਚੇਂਜ ਕਰਕੇ ਸੁਪਰੀਮ ਕੋਰਟ ਰੱਖਤਾ। ਤੇ ਉਦੋਂ ਜਦੋਂ ਇਹ ਬਣਿਆ ਸੀ ਉਦੋਂ ਆਪਣੇ ਕਿੰਨੇ ਜੱਜ ਸੀਗੇ? 8 ਜੱਜ, ਇੱਕ ਮੁੱਖ ਜੱਜ ਸੀਗਾ, 7 ਹੋਰ ਜੱਜ ਸੀਗੇ। ਤੇ ਜੇ ਆਪਾਂ ਦੇਖੀਏ ਵੀ ਪਹਿਲਾਂ ਇਹ ਤੋਂ ਪਹਿਲਾਂ ਫਸਟ ਕੋਰਟ ਕਦੋਂ ਸੀ, ਤਾਂ ਉਹ ਸੀ ਰੈਗੂਲੇਟਿੰਗ ਐਕਟ 1773 ਦੇ ਨਾਲ, ਮਤਲਬ ਕਿ ਅਗਲੇ ਸਾਲ ਬਣ ਗਿਆ ਸੀ 1774 ਦੇ ਵਿੱਚ। ਉਹ ਕਿੱਥੇ ਬਣਿਆ ਸੀ? ਕਲਕੱਤੇ। ਤਾਂ ਉਦੋਂ ਵੀ ਮਤਲਬ 8 ਜੱਜ ਹੀ ਸੀਗੇ ਇਹਦੇ ਵਿੱਚ। ਓਕੇ, ਤਾਂ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਸਭ ਤੋਂ ਜ਼ਿਆਦਾ, ਹਾਈ ਕੋਰਟ ਦੇ ਵਿੱਚ 160 ਜੱਜ ਹੋ ਸਕਦੇ ਆ। ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ 85 ਨੇ। ਹੁਣ ਕਰੰਟਲੀ ਕਿੰਨੇ ਨੇ ਆਪਣੇ ਮਤਲਬ ਕਿ ਸੁਪਰੀਮ ਕੋਰਟ ਦੇ ਵਿੱਚ? 34 ਨੇ। ਤੇ ਜਿਨ੍ਹਾਂ ਨੇ ਸਕਰੀਨਸ਼ਾਟ ਕਰਨਾ ਸਕਰੀਨਸ਼ਾਟ ਕਰ ਲਓ, ਨਹੀਂ ਬਾਕੀ ਤੁਸੀਂ ਨਾਲ ਦੀ ਨਾਲ ਨੋਟ ਕਰੋ ਤਾਂ ਸਭ ਤੋਂ ਬੈਸਟ ਆ। ਡਨ। ਤਾਂ ਅੱਗੇ ਦੇਖੋ, ਤਾਂ ਇਹ ਆਪਣੀ ਜਿਹੜੀ ਜੁਡੀਸ਼ਰੀ ਆ ਇਹ ਬ੍ਰਾਂਚ ਆਪਣੇ ਗਵਰਨਮੈਂਟ ਦੀ ਆ, ਠੀਕ ਆ। ਤਾਂ ਮਤਲਬ ਕਿ ਲਾਅ ਆਪਣੇ ਡਿਸਪਿਊਟ ਨੇ ਜਿਹੜੇ ਉਹਨਾਂ ਨੂੰ ਸੈਟਲ ਕਰਦੀ ਆ, ਸਾਰਿਆਂ ਨੂੰ, ਆਲ ਸਿਟੀਜ਼ਨ ਨੂੰ ਜਸਟਿਸ ਦੇ ਲਈ ਆਪਣੇ ਕੀ ਆ ਸੁਪਰੀਮ ਕੋਰਟ ਹੈਗੀ ਆ, ਠੀਕ ਆ। ਬਾਕੀ ਇਹਨੂੰ ਵਾਚ ਡੌਗ ਕਿਹਾ ਜਾਂਦਾ ਡੈਮੋਕ੍ਰੇਸੀ ਦੀ, ਮਤਲਬ ਕਿ ਇਹਦੇ ਕਰਕੇ ਹੀ ਮਤਲਬ ਆਪਣੇ ਜਿਹੜੇ ਨੇ ਲੀਡਰ ਵਗੈਰਾ ਨੇ ਉਹ ਕੁਛ ਹੱਦ ਤੱਕ ਕੰਟਰੋਲ ਨੇ, ਤਾਂ ਕਰਕੇ ਵੀ ਇਹਦੇ 'ਚ ਆਪਣਾ ਜਿਹੜਾ ਮਸਲਾ ਹੈਗਾ ਉਹ ਚਲਿਆ ਜਾਂਦਾ। ਫਿਰ ਕਿਸੇ ਵੀ ਨੂੰ ਮਤਲਬ ਕਿ ਅਨਕੋਂਸਟੀਟਿਊਸ਼ਨਲ ਨਲ ਅਵੋਇਡ ਕਰ ਸਕਦੀ ਆ ਜੇ ਮਤਲਬ ਕਿ ਕਿਸੇ ਕੌਂਸਟੀਟਿਊਸ਼ਨ ਦਾ ਜਾਂ ਫੰਡਾਮੈਂਟਲ ਰਾਈਟ ਦਾ ਜਿਹੜਾ ਹਨਨ ਹੁੰਦਾ ਗਾ। ਬਾਕੀ ਆਪਣੇ ਕੌਂਸਟੀਟਿਊਸ਼ਨ ਦੀ ਗਾਰਜੀਅਨ ਆ ਇਹ, ਮਤਲਬ ਸੰਵਿਧਾਨ ਦੀ ਗਾਰਜੀਅਨ ਕੌਣ ਆ? ਉਹ ਵੀ ਆਪਣੇ ਜੁਡੀਸ਼ਰੀ ਆ। ਕਲੀਅਰ। ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਚੀਫ ਜਸਟਿਸ ਆਫ ਇੰਡੀਆ ਉਹਦੇ 'ਚ ਕੋਈ ਮਹਿਲਾ ਬਣੀ ਆ? ਨਹੀਂ, ਠੀਕ ਆ। CJI ਮਤਲਬ ਕੋਈ ਵੂਮਨ ਬਣੀ ਆ? ਤਾਂ ਉਹਦੇ 'ਚ ਸਾਫ਼ ਜਵਾਬ ਆ ਨੋ, ਮਤਲਬ ਨਹੀਂ ਬਣੀ, ਠੀਕ ਆ। ਤੇ ਜੱਜ ਬਣੀਆਂ ਨੇ ਮਤਲਬ ਕਿ ਸਿੰਪਲ ਜੱਜ, ਉਹ ਕਿੰਨੀਆਂ ਨੇ? 8, ਠੀਕ ਆ। ਤੇ ਸਭ ਤੋਂ ਪਹਿਲਾਂ ਜਿਹੜੀ ਮਤਲਬ ਕਿ ਸੁਪਰੀਮ ਕੋਰਟ ਦੀ ਜੱਜ ਬਣੀ ਸੀ ਉਹ ਕਿਹੜੀ ਸੀਗੀ? ਫਾਤਮਾ ਬੀਬੀ, ਠੀਕ ਆ, ਫਾਤਮਾ ਬੀਬੀ ਸੀ। ਬਾਕੀ ਜੇ ਹੋਰ ਦੇ ਨਾਮ ਜਿਵੇਂ ਸੁਜਾਤਾ ਮਨੋਹਰ ਹੋ ਗਈ, ਰੂਪਾ ਬਾਲ ਹੋ ਗਈ, ਗਿਆਨ ਮਿਸ਼ਰਾ, ਰੰਜਨਾ ਦੇਸਾਈ, ਆਰ ਬਾਨੂਮਤੀ, ਇੰਦਰ ਮਲਹੋਤਰਾ, ਠੀਕ ਆ, ਇੰਦਰਾ ਬੈਨਰਜੀ, ਤਾਂ ਮਤਲਬ ਐਵੇਂ ਬਣੀਆਂ ਸੀ। ਬਾਕੀ ਜੇ ਇਹਨਾਂ 'ਚੋਂ ਆਪਾਂ ਦੇਖੀਏ ਵੀ ਸਭ ਤੋਂ ਲੌਂਗੈਸਟ ਟਨਿਓਰ ਕਿਹਦਾ ਸੀਗਾ? ਸਭ ਤੋਂ ਲੌਂਗੈਸਟ ਟਨਿਓਰ ਕਿਹਦਾ ਸੀ? ਬਾਈ ਬੀ ਚੰਦਰਚੂੜ, ਮਤਲਬ ਇਹਨੇ 7 ਸਾਲ ਤੱਕ। ਸਭ ਤੋਂ ਲੰਬਾ ਸਮਾਂ ਸੁਪਰੀਮ ਕੋਰਟ ਦੇ ਵਿੱਚ ਕਿਹੜੇ ਜੱਜ ਦਾ ਰਿਹਾ ਸੀ? ਬਾਈ ਬੀ ਚੰਦਰਚੂੜ ਦਾ। ਤੇ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਘੱਟ ਸਮਾਂ ਕਿਹਦਾ ਰਿਹਾ ਸੀਗਾ? ਉਹ ਰਿਹਾ ਸੀਗਾ ਕਮਲ ਨਾਰਾਇਣ ਸਿੰਘ, ਮਤਲਬ 18 ਦਿਨ ਓਨਲੀ, ਠੀਕ ਆ। ਤਾਂ ਇਹਨਾਂ ਦਾ 18 ਦਿਨ ਹੀ ਰਿਹਾ। ਇਹ ਮਤਲਬ ਕਿ ਕੁਛ ਫੈਕਟ ਨੇ। ਤੇ ਜਿਵੇਂ ਦੇਖੋ ਵੀ ਸੁਪਰੀਮ ਕੋਰਟ
ਦੇ ਵਿੱਚ CGI ਕੋਈ ਵੂਮਨ ਬਣੀ ਆ? ਹਜੇ ਤੱਕ ਨਹੀਂ ਬਣੀ। ਤਾਂ ਮਤਲਬ ਵੂਮਨ ਜੱਜ ਕਿੰਨੀਆਂ ਬਣ ਚੁੱਕੀਆਂ ਨੇ? 8। ਉਹਨਾਂ ਦੇ ਵਿੱਚੋਂ ਪਹਿਲੀ ਬਣਨ ਵਾਲੀ ਫਾਤਮਾ ਬੀਬੀ ਸੀ। ਬਾਕੀ ਮੈਂ ਉਹਨਾਂ ਦੇ ਨਾਮ ਵੀ ਬੋਲੇ ਸੀ, ਤੁਸੀਂ ਵੀਡੀਓ ਨੂੰ ਪਿੱਛੇ ਕਰਕੇ ਦੁਬਾਰਾ ਤੋਂ ਸੁਣ ਲਿਓ ਜਾਂ ਫਿਰ ਨਾਲ ਦੀ ਨਾਲ ਨੋਟ ਕਰੇ ਹੋਣਗੇ ਤੁਸੀਂ। ਬਾਕੀ ਜੇ ਇਹਨਾਂ ਦੇ ਵਿੱਚ ਪੁੱਛਿਆ ਜਾਂਦਾ ਤੁਹਾਨੂੰ ਵੀ ਲੌਂਗੈਸਟ ਟੈਨਿਓਰ ਕਿਹਦਾ ਸੀਗਾ, YV ਚੰਦਰਚੂੜ ਦਾ 7 ਸਾਲ। ਸਭ ਤੋਂ ਘੱਟ ਸੀਗਾ ਕਮਲ ਨਾਰਾਇਣ ਸਿੰਘ ਦਾ 18 ਦਿਨ। ਓਕੇ, ਅੱਗੇ ਦੇਖੋ ਆਪਾਂ ਦੇਖਦੇ ਹਾਂ ਟਾਈਪਸ ਆਫ ਕੇਸਿਸ। ਮਤਲਬ ਆਪਣੇ ਕੋਲੇ ਕਿੰਨੇ ਤਰ੍ਹਾਂ ਦੇ ਕੇਸ ਹੁੰਦੇ? ਇੱਕ ਤਾਂ ਹੁੰਦੇ ਨੇ ਕ੍ਰਿਮੀਨਲ ਕੇਸ, ਦੂਸਰੇ ਹੁੰਦੇ ਨੇ ਆਪਣੇ ਕੋਲੇ ਸਿਵਲ ਲਾਅ। ਤਾਂ ਹੁਣ ਜਿਹੜੇ ਆਪਣੇ ਹੁੰਦੇ ਨੇ ਸਿਵਲ ਕੇਸ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਜਿਵੇਂ ਕਿ ਉਹਨਾਂ ਦੇ ਵਿੱਚ ਡਿਸਪਿਊਟ ਓਵਰ ਦਾ ਵਾਇਓਲੇਸ਼ਨ ਆਫ ਦਾ ਫੰਡਾਮੈਂਟਲ ਰਾਈਟਸ, ਯਾਨੀ ਕਿ ਮਾਰ ਧਾੜ ਦੇ ਮਾਮਲੇ ਨਾ ਹੋਣ, ਠੀਕ ਆ, ਮਤਲਬ ਕਿ ਘਰੇਲੂ ਮੈਟਰ ਹੁੰਦੇ ਉਹ ਸਿਵਲ ਲਾਅ 'ਚ ਹੀ ਆਉਂਦੇ ਆ। ਬਾਕੀ ਜਿਨ੍ਹਾਂ ਦੇ ਵਿੱਚ ਕੋਈ ਮਾਰਪੀਟ ਹੋਈ ਹੁੰਦੀ ਆ, ਠੀਕ ਆ, ਤਾਂ ਉਹ ਕਿਹੜੇ ਲਾਅ ਹੁੰਦੇ ਨੇ? ਆਪਣੇ ਕ੍ਰਿਮੀਨਲ ਲਾਅ ਹੁੰਦੇ ਨੇ। ਕਲੀਅਰ? ਤਾਂ ਹੁਣ ਦੇਖੋ ਜੇ ਆਪਾਂ ਦੇਖੀਏ ਡਿਸਟ੍ਰਿਕਟ ਕੋਰਟ ਹਰ ਜ਼ਿਲ੍ਹੇ ਦਾ ਆਪਣਾ ਆਪਣਾ ਹੁੰਦਾ, ਤੇ ਹਾਈ ਕੋਰਟ ਆ ਜਿਹੜੇ ਉਹ ਮਤਲਬ ਲਾਸਟ ਕਦੋਂ ਬਣਿਆ ਸੀ? 1 ਜਨਵਰੀ 2019 ਨੂੰ ਤੇਲੰਗਾਨਾ ਦਾ ਬਣਿਆ ਸੀਗਾ, ਮਤਲਬ ਕਿ ਲਾਸਟ ਵਾਲਾ ਕੋਰਟ 25 ਨੇ ਆਪਣੇ। ਤੇ ਸੁਪਰੀਮ ਕੋਰਟ ਦੀ ਪੀਠ ਆ ਜਿਹੜੀ ਸੀਟ ਕਹਿ ਲਓ ਤੁਸੀਂ, ਪੀਠ ਕਹਿ ਲਓ, ਉਹ ਕਿੱਥੇ ਆ? ਉਹ ਦਿੱਲੀ ਦੇ ਵਿੱਚ ਆ। ਉਹ ਮਤਲਬ ਕਿ ਸੰਵਿਧਾਨ ਦੁਆਰਾ ਬਣੀ ਹੋਈ ਆ, ਪਰ ਉਹ ਕਿਤੇ ਬਣਾਈ ਜਾ ਸਕਦੀ ਆ, ਤੇ ਉਹ ਮਤਲਬ CGI ਰਾਸ਼ਟਰਪਤੀ ਦੀ ਸਲਾਹ ਨਾਲ ਦੇਖੂਗਾ, ਠੀਕ ਆ। ਤਾਂ ਹੁਣ ਦੇਖੋ ਆਪਾਂ ਹੁਣ ਗੱਲ ਕਰਦੇ ਹਾਂ ਅਪੁਆਇੰਟਮੈਂਟਸ ਆਫ ਜੱਜਸ, ਠੀਕ ਆ। ਮਤਲਬ ਇਹਨਾਂ ਨੂੰ ਅਪੁਆਇੰਟ ਕੌਣ ਕਰਦੇ ਆ? ਆਪਣੇ P52, ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਸੀ P ਫॉर ਉਰੇ ਪ੍ਰੈਜ਼ੀਡੈਂਟ ਆ, ਠੀਕ ਆ, 52 ਮਤਲਬ ਆਰਟੀਕਲ ਦੇ ਵਿੱਚ ਆ। ਤਾਂ ਇਹਨਾਂ ਨੂੰ ਅਪੁਆਇੰਟ ਕੌਣ ਕਰਦੇ ਆ? ਰਾਸ਼ਟਰਪਤੀ ਕਰਦੇ ਆ, ਠੀਕ ਆ। ਮਤਲਬ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਨਾਲ ਇਹ ਸੁਪਰੀਮ ਕੋਰਟ ਦੇ ਜਿਹੜੇ ਕੁਝ ਕੁ ਜੱਜ ਹੁੰਦੇ ਆ ਉਹਨਾਂ ਦੇ ਨਾਲ ਸਲਾਹ ਕੀਤੀ ਜਾਂਦੀ ਆ। ਓਕੇ, ਅੱਗੇ ਦੇਖੋ ਇਹਦੇ ਲਈ ਮਤਲਬ ਕਿ ਕੁਛ ਕੁ ਕੰਟਰੋਵਰਸੀ ਵੀ ਰਹੀ ਆ, ਠੀਕ ਆ। ਮਤਲਬ ਕਿ ਇਹਦੇ ਲਈ ਕੀ ਆ, ਆਪਣੇ ਅਪੁਆਇੰਟਮੈਂਟ ਜੱਜਾਂ ਦੇ ਲਈ ਕੁਛ ਕੁ ਕੰਟਰੋਵਰਸੀ ਰਹੀ ਸੀ। ਜਿਵੇਂ ਇੱਕ ਪਹਿਲਾ ਕੇਸ ਆਇਆ ਸੀ 1982 ਦੇ ਵਿੱਚ, ਠੀਕ ਆ। ਇਹਨੂੰ ਮਤਲਬ ਕਿ ਫਸਟ ਜੱਜ ਕੇਸ ਕਹਿੰਦੇ ਆ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਮਤਲਬ ਜਿਹੜੀ ਇਹ ਕੰਸਲਟੇਸ਼ਨ ਦਾ ਮੀਨਿੰਗ ਦੱਸਿਆ ਸੀ ਵੀ ਇਹ ਕੌਨਕਰੈਂਸ, ਇਹਦਾ ਮਤਲਬ ਵੀ ਪੂਰੀ ਖੁੱਲ੍ਹ, ਠੀਕ ਆ। ਤੇ ਕਿ ਮਤਲਬ ਨਹੀਂ ਹੈਗਾ ਵੀ ਕੌਨਕਰੈਂਸ ਪੂਰੀ ਖੁੱਲ੍ਹ ਨਹੀਂ ਹੈਗੀ ਕੰਸਲਟੇਸ਼ਨ ਦਾ, ਠੀਕ ਆ। ਤੇ ਓਨਲੀ ਇੰਪਲਾਈਜ਼ ਐਕਸਚੇਂਜ ਆਫ ਵਿਊਜ਼, ਮਤਲਬ ਇਹਨਾਂ ਦੇ ਵਿੱਚ ਕਿਹਾ ਵੀ ਜਿਹੜੀ ਕੰਸਲਟੇਸ਼ਨ ਆ ਕੌਨਕਰੈਂਸ ਨਹੀਂ ਹੈਗੀ, ਇਹ ਪ੍ਰੋਪਰ ਖੁੱਲ੍ਹ ਨਹੀਂ ਹੈਗੀ, ਵੀ ਮਤਲਬ ਕਿ ਜਿਹੜੇ ਵਿਊਜ਼ ਨੇ ਉਹਨਾਂ ਨੂੰ ਐਕਸਚੇਂਜ ਕਰ ਰਹੇ ਆ। ਫਿਰ ਇਹ ਤੋਂ ਬਾਅਦ 'ਚ ਇਹਨਾਂ ਨੇ ਕੀ ਕੀਤਾ, 1993 ਦਾ ਕੇਸ ਹੁੰਦਾ, ਇਹਨੂੰ ਸੈਕੰਡ ਕੇਸ ਕਿਹਾ ਜਾਂਦਾ, ਸੈਕੰਡ ਜੱਜ ਕੇਸ। ਤਾਂ ਇਹਦੇ 'ਚ ਇਹਨਾਂ ਨੇ ਕੀ ਕਿਹਾ ਵੀ ਜਿਹੜਾ ਦਾ ਮੀਨਿੰਗ ਸੀ ਉਹ ਬਦਲਦਾ, ਕਿ ਕੌਨਕਰੈਂਸ ਹੈ ਮਤਲਬ ਕਿ ਪੂਰੀ ਖੁੱਲ੍ਹ ਹੈਗੀ ਆ, ਠੀਕ ਆ, ਤੇ ਰਾਸ਼ਟਰਪਤੀ ਤੇ ਬਾਈਂਡਿੰਗ ਆ ਕਿਹੜੇ ਮੈਟਰ ਦੇ ਵਿੱਚ? ਅਪੁਆਇੰਟਮੈਂਟ ਆਫ ਦਾ ਜੱਜਸ ਆਫ ਦਾ ਸੁਪਰੀਮ ਕੋਰਟ, ਠੀਕ ਆ। ਬਾਕੀ ਇਹਨਾਂ ਨੇ ਕਿਹਾ ਵੀ ਮਤਲਬ ਕਿ ਸਲਾਹ ਉਦੋਂ ਦੇਣਗੇ ਵੀ ਜਦੋਂ ਕੰਸਲਟ ਟੂ ਮੋਸਟ ਸੀਨੀਅਰ ਕਲੀਜੀਅਸ, ਮਤਲਬ ਕਿ ਇੱਕ ਕਲੀਜੀਅਸ ਬਣੂਗਾ ਜਿਹਦੇ 'ਚ ਸੀਨੀਅਰ ਮੋਸਟ ਹੋਣਗੇ। ਫਿਰ ਇਹ ਤੋਂ ਬਾਅਦ ਤੀਸਰਾ ਜੱਜ ਕੇਸ ਆਉਂਦਾ 1998 ਦਾ, 1998 ਦਾ ਤੀਸਰਾ ਜੱਜ ਕੇਸ ਆਉਂਦਾ। ਤਾਂ ਇਹਦੇ 'ਚ ਕਿਹਾ ਵੀ ਇਕੱਲੇ CGI ਦਾ, ਠੀਕ ਆ, ਇਕੱਲੇ CGI ਦਾ ਜਿਹੜਾ ਓਪੀਨੀਅਨ ਆ ਉਹ ਨਹੀਂ ਚੱਲੂਗਾ, ਠੀਕ ਆ, ਓਪੀਨੀਅਨ ਨਹੀਂ ਚੱਲਦਾ। ਕਿਹਦਾ? ਆਪਣੇ ਇਕੱਲੇ CGI ਦਾ। ਤਾਂ ਕੋਲੀਜੀਅਮ ਬਣੂਗਾ ਇੱਥੇ, ਇਹਨਾਂ ਨੇ ਕਿਹਾ ਵੀ ਕੀ ਬਣੂਗਾ? ਕੋਲੀਜੀਅਮ, ਠੀਕ ਆ, ਕੋਲੀਜੀਅਮ ਬਣੇਗਾ। ਤਾਂ 4 ਸੀਨੀਅਰ ਮੋਸਟ ਜੱਜ ਹੋਣਗੇ ਇਹਦੇ 'ਚ, 4 ਸੀਨੀਅਰ ਮੋਸਟ ਜੱਜਸ ਹੋਣਗੇ ਇਹਦੇ 'ਚ। ਓਕੇ, ਮਤਲਬ ਜੇ 2 ਇਹਦੇ 'ਚ ਉਲਟ ਨੇ ਨਾ, ਮਤਲਬ ਕਿ ਕਿਸੇ ਨੂੰ ਅਪੁਆਇੰਟ ਕਰਨ ਦੇ ਲਈ 2 ਤਾਂ ਉਹਦੇ ਫੇਵਰ 'ਚ ਨੇ, 2 ਉਹਦੇ ਐਂਟੀ ਨੇ, ਤਾਂ ਮਤਲਬ ਇਹ ਸਿਫਾਰਸ਼ ਨਹੀਂ ਭੇਜੀ ਜਾਊਗੀ, ਠੀਕ ਆ। ਬਾਕੀ ਇਹਦੇ ਲਈ ਇੱਕ ਹੋਰ ਚੀਜ਼ ਹੋਈ, ਤਾਂ 99ਵੇਂ ਨੰਬਰ ਦੀ CA ਕੀਤੀ, ਠੀਕ ਆ, ਕਿੰਨੇ 'ਚ? 2014 'ਚ। ਤਾਂ ਆਪਾਂ ਨੂੰ ਪਤਾ ਵੀ BJP ਗਵਰਨਮੈਂਟ 2014 'ਚ ਆਈ ਸੀ। ਤਾਂ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਉਹਦੀ ਇਹਨਾਂ ਨੇ ਇੱਕ 99 ਨੰਬਰ ਦੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਲਿਆਂਦਾ 2014 ਦੇ ਵਿੱਚ। ਤਾਂ ਇਹਦੇ 'ਚ ਇਹਨਾਂ ਨੇ ਕਿਹਾ NJAC ਹੋਣਾ ਚਾਹੀਦਾ, ਠੀਕ ਆ, NJAC, ਯਾਨੀ ਕਿ ਇਹਦੀ ਫੁੱਲ ਫਾਰਮ ਹੈਗੀ ਆ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮਿਸ਼ਨ, ਠੀਕ ਆ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮਿਸ਼ਨ, ਬਈ ਮਤਲਬ ਕਿ ਇਹ ਹੋਊਗਾ ਵੀ ਜਿਹੜਾ ਕੋਲੀਜੀਅਮ ਆਪਣਾ ਸਿਸਟਮ ਪਹਿਲਾਂ ਦਾ ਚੱਲਦਾ ਹੈਗਾ ਵੀ ਇਹਨੂੰ ਤੁਸੀਂ ਰਿਪਲੇਸ ਕਰ ਦਿਓ NJAC ਨਾਲ, ਠੀਕ ਆ। ਤਾਂ ਮਤਲਬ 2015 ਦੇ ਵਿੱਚ ਜਿਹੜੀ ਆਹ ਵਾਲੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਕੀਤੀ ਸੀਗੀ, ਤਾਂ ਇਹਨਾਂ ਨੂੰ ਅਨਕੌਂਸਟੀਟਿਊਸ਼ਨਲ ਕਰਤਾ, ਠੀਕ ਹੈ। ਅਨਕੌਂਸਟੀਟਿਊਸ਼ਨਲ ਤਾਂ ਇਹਨੂੰ ਵੀ ਕਰਤਾ, ਤੇ ਅਮੈਂਡਮੈਂਟਸ ਜਿਹੜੀ ਇਹਨੂੰ ਵੀ ਸੁਪਰੀਮ ਕੋਰਟ ਨੇ ਅਨਕੌਂਸਟੀਟਿਊਸ਼ਨਲ ਕਰਤਾ, ਠੀਕ ਆ। ਤਾਂ ਬਾਕੀ ਇਹਦੇ 'ਚ ਜਿਹੜਾ ਇਹਨਾਂ ਨੇ ਕਰਿਆ ਸੀ, ਇਹਦੇ 'ਚ ਇਹਨਾਂ ਨੇ ਕੀ ਸਿਸਟਮ ਰੱਖਿਆ ਸੀਗਾ, ਜਿਹੜਾ ਮਤਲਬ ਆ NJ ਇਸਦੇ ਵਾਲਾ ਆਪਣਾ ਸਿਸਟਮ ਸੀਗਾ। ਤਾਂ ਇਹਦੇ 'ਚ BJP ਗਵਰਨਮੈਂਟ ਲੈ ਕੇ ਆਈ ਸੀ, ਇਹਨਾਂ ਨੇ ਕਿਹਾ ਵੀ ਮਤਲਬ ਇੱਕ ਤਾਂ CGI ਹੋਊਗਾ, ਠੀਕ ਆ, 2 ਸੀਨੀਅਰ ਜੱਜ ਹੋਣਗੇ ਵੀ, ਠੀਕ ਆ,
ਵੀ ਇੱਕ ਲਾਅ ਮਿਨਿਸਟਰ ਹੋਊਗਾ, 2 ਅਦਰ ਪਰਸਨ ਹੋਣਗੇ। ਵੀ ਮਤਲਬ ਇਹ 3 ਬੰਦੇ ਜਿਹੜੇ ਲਾਸਟ ਵਾਲੇ ਨੇ ਇਹ ਇਹਨਾਂ ਨੇ ਨਵੇਂ ਐਡ ਕੀਤੇ, ਜਿਹੜੇ 2 ਉਹਦੇ ਬੰਦੇ ਸੀ ਉਹ ਕੱਢਤੇ, ਤਾਂ ਮਤਲਬ ਕਿ 2 ਤਾਂ ਉਹਦੇ 'ਚ ਸੀਨੀਅਰ ਜੱਜ ਹੈਗੇ ਸੀ, ਤਾਂ ਵੀ ਮਤਲਬ ਇਹ 3 ਨੇ ਜਿਹੜੇ ਇਹ ਨਵੇਂ ਪਾਓ। ਤਾਂ ਮਤਲਬ 3 ਬੰਦੇ ਜੇ ਜੁਡੀਸ਼ਰੀ ਤੋਂ ਬਾਹਰ ਹੋ ਗਏ ਤਾਂ ਜੁਡੀਸ਼ਰੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਤਾਂ ਉਹਨੇ ਕਰਕੇ 2015 ਦੇ ਵਿੱਚ NJAC ਨੂੰ ਅਨਕੌਂਸਟੀਟਿਊਸ਼ਨਲ ਕਰਤਾ, ਔਰ ਜਿਹੜੀ ਆ 99 ਨੰਬਰ ਦੀ ਅਮੈਂਡਮੈਂਟ ਸੀਗੀ ਇਹਨੂੰ ਵੀ ਉਹਨਾਂ ਨੇ ਅਨਕੌਂਸਟੀਟਿਊਸ਼ਨਲ ਡਿਕਲੇਅਰ ਕਰਤਾ, ਤੇ ਕਹਿੰਦੇ ਵੀ ਜਿਹੜਾ ਕੋਲੀਜੀਅਮ ਵਾਲਾ ਸਿਸਟਮ ਆ ਸਾਡੇ ਉਹੀ ਚੱਲੂਗਾ। ਕਲੀਅਰ ਆ? ਤਾਂ ਅੱਗੇ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਓਥ ਦੀ। ਓਥ ਜਾਣੀ ਕਿ ਇਹਨਾਂ ਦੀ ਸਹੁੰ ਦੀ, ਠੀਕ ਆ। ਤਾਂ ਸਹੁੰ ਸੁਪਰੀਮ ਕੋਰਟ ਦੇ ਵਿੱਚ ਇੱਥੇ 80 ਆ, ਤਾਂ ਇੱਥੇ ਆਪਾਂ ਲਿਖਦੇ ਹਾਂ ਹਾਈ ਕੋਰਟ, ਠੀਕ ਆ। ਸੁਪਰੀਮ ਕੋਰਟ ਦੇ ਵਿੱਚ ਵੀ ਹੁਣ 2 ਨੇ, ਇੱਕ ਤਾਂ CGI ਆ, ਤਾਂ ਆਪਾਂ ਅਲੱਗ-ਅਲੱਗ ਕਿਉਂ ਲਿਖ ਰਹੇ ਹਾਂ, ਕਿਉਂਕਿ ਇਹਨਾਂ ਦੀ ਸਹੁੰ ਅਲੱਗ-ਅਲੱਗ ਆ, ਠੀਕ ਆ। ਇੱਥੇ ਅਦਰਸ ਨੇ, ਤਾਂ ਜਿਹੜਾ CGI ਆ ਇਹਨੂੰ ਤਾਂ ਸਹੁੰ ਕੌਣ ਖਵਾਉਂਦਾ? ਰਾਸ਼ਟਰਪਤੀ। ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਰਾਸ਼ਟਰਪਤੀ ਖਵਾਊਗਾ, ਇਹਨਾਂ ਦੁਆਰਾ ਕੋਈ ਅਪੁਆਇੰਟ ਕੀਤਾ ਹੋਇਆ ਬੰਦਾ ਵੀ ਖਵਾ ਸਕਦਾ। ਤੇ ਜਿਹੜੇ ਆ ਨੇ ਇਹਨਾਂ ਨੂੰ ਸਹੁੰ ਫਿਰ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਆ ਉਹ ਖਵਾਉਂਦਾ। ਤੇ ਹੁਣ ਜੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ, ਤੇ ਹਾਈ ਕੋਰਟ ਦੇ ਵਿੱਚ ਵੀ ਇੱਕ ਚੀਫ ਹੁੰਦਾ, ਤਾਂ ਇੱਕ ਇਹਨਾਂ ਦੇ ਚੀਫ ਜੱਜ ਹੋ ਗਏ, ਔਰ ਬਾਕੀ ਇੱਥੋਂ ਦੇ ਅਦਰ ਜੱਜ ਹੋ ਗਏ। ਤਾਂ ਇੱਥੇ ਉੱਥੇ ਰਾਸ਼ਟਰਪਤੀ ਸੀ, ਤਾਂ ਇੱਥੇ ਕੌਣ ਹੋਊਗਾ? ਗਵਰਨਰ। ਤੇ ਇਹਨਾਂ ਨੂੰ ਫਿਰ ਕੌਣ ਖਵਾਊਗਾ? ਚੀਫ ਜਸਟਿਸ। ਕਲੀਅਰ ਆ? ਜੇ ਹੁਣ ਸਹੁੰ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜੱਜ ਆ ਉਹਨੂੰ ਰਾਸ਼ਟਰਪਤੀ ਆਪ ਸਹੁੰ ਖਵਾਉਂਦੇ ਨੇ, ਬਾਕੀ ਜਿਹੜੇ ਹੋਰ ਜੱਜ ਨੇ ਫਿਰ ਉਹਨਾਂ ਨੂੰ ਚੀਫ ਜਸਟਿਸ ਆਫ ਇੰਡੀਆ ਉਹ ਸਹੁੰ ਖਵਾਉਂਦੇ ਨੇ। ਤੇ ਜਿਹੜੇ ਹਾਈ ਕੋਰਟ ਨੇ ਉਹਨਾਂ ਦੇ ਵਿੱਚ ਚੀਫ ਜੱਜ ਹੁੰਦਾ, ਉਹਨਾਂ ਨੂੰ ਗਵਰਨਰ ਸਹੁੰ ਖਵਾਉਂਦੇ ਆ, ਤੇ ਬਾਕੀਆਂ ਨੂੰ ਫਿਰ ਚੀਫ ਜਸਟਿਸ ਨੇ ਜਿਹੜੇ ਉਹ ਸਹੁੰ ਖਵਾਉਂਦੇ ਆ। ਕਲੀਅਰ ਆ? ਤੇ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਟਨਿਓਰ ਦੀ। ਟਨਿਓਰ ਯਾਨੀ ਕਿ ਇਹਨਾਂ ਦਾ ਕਾਰਜਕਾਲ, ਚਾਹੇ ਤਾਂ ਹਾਈ ਕੋਰਟ ਆ ਚਾਹੇ ਆਪਣੀ ਸੁਪਰੀਮ ਕੋਰਟ ਆ, ਇਹਨਾਂ ਚੋਂ ਕਿਸੇ ਦਾ ਵੀ ਆ ਜਿਹੜਾ ਉਹ ਨਾਟ ਫਿਕਸ। ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਟਨਿਓਰ ਆ ਉਹ ਫਿਕਸ ਨਹੀਂ ਕੀਤਾ ਗਿਆ, ਠੀਕ ਆ, ਕਿਉਂਕਿ ਮਿਨੀਮਮ ਏਜ ਤਾਂ ਆਪਣੇ ਹੈ ਉਹ ਨਹੀਂ ਹੈਗੀ। ਤੇ ਇੱਥੇ ਜੇ ਮੈਕਸੀਮਮ ਏਜ ਦੀ ਗੱਲ ਕਰੀਏ, ਮੈਕਸੀਮਮ ਏਜ ਆ ਉਹ ਸੁਪਰੀਮ ਕੋਰਟ ਦੇ ਵਿੱਚ 65 ਸਾਲ ਆ, ਔਰ ਹਾਈ ਕੋਰਟ ਦੇ ਵਿੱਚ ਆਪਣੇ 62 ਈਅਰ ਆ, ਮਤਲਬ 62 ਸਾਲ ਆ। ਤੇ ਮਿਨੀਮਮ ਏਜ ਆਪਣੇ ਕਿਸੇ ਦੀ ਲਈ ਵੀ ਮਤਲਬ ਕਿ ਫਿਕਸ ਹੈ ਨਹੀਂ। ਤਾਂ ਕਲੀਅਰ ਆ ਤੁਹਾਨੂੰ ਵੀ ਟਨਿਓਰ ਬਾਰੇ ਤਾਂ। ਬਾਕੀ ਜੇ ਹੁਣ ਆਪਾਂ ਗੱਲ ਕਰੀਏ ਰਿਜ਼ਾਈਨ ਦੀ, ਠੀਕ ਆ, ਜੇ ਆਪਾਂ ਹੁਣ ਗੱਲ ਕਰੀਏ ਰਿਜ਼ਾਈਨ ਦੀ, ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਦੇ ਵਿੱਚ ਰਿਜ਼ਾਈਨ ਇਹ ਕਿਹਨੂੰ ਜਾਂਦਾ? ਪ੍ਰੈਜ਼ੀਡੈਂਟ ਨੂੰ। ਇਹਨਾਂ ਦਾ ਰੈਜਿਗਨੇਸ਼ਨ ਕਿੱਥੇ ਜਾਊਗਾ? ਪ੍ਰੈਜ਼ੀਡੈਂਟ ਨੂੰ ਜਾਂਦਾ। ਕਲੀਅਰ ਆ? ਬਾਕੀ ਜੇ ਹੁਣ ਇਹਨਾਂ ਦੇ ਟਨਿਓਰ ਦੇ ਬਾਰੇ ਕੋਈ ਹੋਰ ਆਪਾਂ ਦੇਖੀਏ, ਮਤਲਬ ਸੰਵਿਧਾਨ ਵੱਲੋਂ ਇਹਨਾਂ ਦਾ ਫਿਕਸ ਨਹੀਂ ਹੈਗਾ, ਤੇ 3 ਪ੍ਰੋਵੀਜ਼ਨ ਹੀ ਆਪਣੇ ਸੰਵਿਧਾਨ ਦੇ ਵਿੱਚ ਵੀ 65 ਸਾਲ ਤੱਕ ਅਟੇਨ ਕਰ ਸਕਦੇ ਆ ਇਹ, ਤੇ ਇਹਦੇ ਬਾਰੇ ਪਾਰਲੀਮੈਂਟ ਤੈਅ ਕਰ ਸਕਦੀ ਹੈ, ਠੀਕ ਆ। ਮਤਲਬ ਜਿਹੜਾ 65 ਸਾਲ ਵਾਲਾ ਪ੍ਰੋਸੀਜਰ ਆ ਆਪਣਾ ਸੁਪਰੀਮ ਕੋਰਟ ਦਾ ਆ ਇੱਥੇ, ਠੀਕ ਆ, ਤਾਂ ਇਹਦੇ ਬਾਰੇ ਪਾਰਲੀਮੈਂਟ ਤੈਅ ਕਰ ਸਕਦੀ ਆ। ਬਾਕੀ ਜੇ ਰਿਜ਼ਾਈਨ ਆ ਉਹ ਰਾਸ਼ਟਰਪਤੀ ਨੂੰ ਲਿਖਣਗੇ, ਬਾਕੀ ਇਹਨਾਂ ਨੂੰ ਹਟਾਇਆ ਵੀ ਜਾ ਸਕਦਾ, ਠੀਕ ਆ। ਤਾਂ ਜੇ ਹੁਣ ਆਪਾਂ ਇੱਥੇ ਲਿਖੀਏ ਰਿਮੂਵਡ, ਠੀਕ ਆ, ਤੇ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਕਿਹਨਾਂ ਦੇ ਦੁਆਰਾ? P52 ਜਾਨੀ ਕਿ ਪ੍ਰੈਜ਼ੀਡੈਂਟ ਜੀ ਦੁਆਰਾ, ਤੇ ਪਲੱਸ ਨਾਲ ਸਿਫਾਰਸ਼ ਕਿਹਦੀ ਚਾਹੀਦੀ ਆ? ਸੰਸਦ ਦੀ। ਆ ਜ਼ਰੂਰੀ ਆ ਗੱਲਬਾਤ ਇੱਥੇ, ਠੀਕ ਆ। ਸੰਸਦ ਦੀ ਸਿਫਾਰਸ਼ ਆ ਜਿਹੜੀ ਉਹ ਜ਼ਰੂਰੀ ਆ। ਤੇ ਬਾਕੀ ਇਹ ਜਿਹੜੀ ਸਿਫਾਰਸ਼ ਆ ਨਾ ਇਹ ਵੀ ਸਪੈਸ਼ਲ ਮੈਜੋਰਟੀ ਨਾਲ ਹੋਣੀ ਚਾਹੀਦੀ ਆ, ਦੋਨੇ ਹਾਊਸ ਦੇ ਵਿੱਚੋਂ, ਲੋਕ ਸਭਾ ਰਾਜ ਸਭਾ ਦੋਨਾਂ ਦੇ ਵਿੱਚੋਂ ਹੋਣੀ ਚਾਹੀਦੀ ਆ। ਜਿਵੇਂ ਕਿ ਮੈਜੋਰਟੀ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਦੀ ਹੋਣੀ ਚਾਹੀਦੀ ਆ, ਤੇ ਪ੍ਰੈਜ਼ੀਡੈਂਟ ਤੇ ਵੋਟਿੰਗ ਮੈਂਬਰ ਆ ਉਹਨਾਂ ਦਾ ਵੀ 2/3 ਤੋਂ ਘੱਟ ਨਹੀਂ ਹੋਣਾ ਚਾਹੀਦਾ, ਠੀਕ ਆ। ਤੇ ਬਾਕੀ ਇਹਨਾਂ ਨੂੰ ਜੇ ਹਟਾਉਣਾ ਵੀ ਯਾਰ ਤਾਂ 2 ਵੇ ਵੀ ਆਪਣੇ ਕੋਲ 2 ਬੇਸ ਹੁੰਦੇ ਆ, ਇਹਨਾਂ ਨੂੰ ਰਿਮੂਵ ਕਰਨ ਦੇ ਲਈ ਕਿੰਨੇ ਬੇਸ ਨੇ ਸਾਡੇ ਕੋਲੇ? 2 ਬੇਸ ਨੇ ਰਿਮੂਵ ਕਰਨ ਦੇ ਲਈ, ਠੀਕ ਆ। ਇੱਕ ਤਾਂ ਹੁੰਦਾ ਗਾ ਮਿਸਬਿਹੇਵੀਅਰ ਦਾ, ਔਰ ਦੂਸਰਾ ਹੈਗਾ ਗਾ ਇਨ ਕੈਪੈਸਿਟੀ, ਠੀਕ ਆ। ਮਤਲਬ 2 ਤਰੀਕਿਆਂ ਦੇ ਨਾਲ ਆਪਾਂ ਇਹਨਾਂ ਨੂੰ ਰਿਮੂਵ ਕਰ ਸਕਦੇ ਹਾਂ। ਤਾਂ ਮਤਲਬ ਜੇ ਐਕਟ ਦੀ ਗੱਲ ਕਰੀਏ ਵੀ ਇਹਨਾਂ ਲਈ ਐਕਟ ਕਿਹੜਾ ਗਾ, ਤਾਂ ਜਜਸ ਇਨਕੁਆਇਰੀ ਐਕਟ 1968। ਤਾਂ ਐਕਟ ਕਿਹੜਾ ਗਾ ਇਹਨਾਂ ਲਈ? ਜਜਸ ਇਨਕੁਆਇਰੀ ਐਕਟ 1968। ਕਲੀਅਰ ਆ? ਬਾਕੀ ਅਜੇ ਤੱਕ ਕੋਈ ਵੀ ਜੱਜ ਆ ਜਿਹੜਾ ਉਹ ਐਵੇਂ ਹਟਿਆ ਨਹੀਂ ਹੈਗਾ। ਤੇ ਪਹਿਲਾ ਕੇਸ ਇਹਨਾਂ ਦਾ ਹੋਇਆ ਸੀ ਜਸਟਿਸ B ਰਾਮਸਵਾਮੀ ਦੇ ਨਾਲ ਹੋਇਆ ਸੀਗਾ, ਉਹ 1991 ਤੋਂ 93 ਤੱਕ ਸੀਗੇ, ਠੀਕ ਹੈ। ਪਰ ਲੋਕ ਸਭਾ ਦੇ ਵਿੱਚ ਉੱਥੋਂ ਮਤਲਬ ਕਿ ਪ੍ਰੋਪਰ ਉਹਨਾਂ ਦੀ ਜਿਹੜੀ ਵੋਟਿੰਗ ਨਾਲ ਉਹ ਪਾਸ ਨਹੀਂ ਹੋਇਆ ਸੀਗਾ। ਬਾਕੀ ਜਦੋਂ ਇਹਨਾਂ ਦੇ ਵਿੱਚ ਰਿਮੂਵ ਕਰਨ ਦੇ ਲਈ ਕੋਈ ਆਪਣਾ ਜਿਹੜਾ ਉਹ ਲੈ ਕੇ ਆਂਦਾ ਜਾਂਦਾ, ਤਾਂ ਉਹਦੇ 'ਚੋਂ ਜੇ ਲੋਕ ਸਭਾ ਦੇ ਥਰੂ ਆ ਰਿਹਾ ਮਤਲਬ, ਠੀਕ ਆ, ਜੇ ਲੋਕ ਸਭਾ ਦੇ ਵਿੱਚੋਂ ਮਤਲਬ ਕਿ ਸ਼ੁਰੂ ਕੀਤਾ ਜਾ ਰਿਹਾ ਤਾਂ ਇਹਦੇ 'ਚੋਂ ਕਿੰਨੇ ਮੈਂਬਰਾਂ ਦੇ ਸਾਈਨ ਚਾਹੀਦੇ ਆ? 100 ਮੈਂਬਰ ਦੇ। ਪਰ ਜੇ ਇਹੀ ਰਾਜ ਸਭਾ ਦੇ ਵਿੱਚੋਂ ਆ ਤਾਂ ਇਹਦੇ 'ਚੋਂ ਕਿੰਨੇ ਸਾਈਨ ਚਾਹੀਦੇ ਨੇ? ਤਾਂ 50 ਮੈਂਬਰਾਂ ਦੇ, ਠੀਕ ਆ। ਤੇ ਇਹ ਦੋਨਾਂ ਦੇ ਵਿੱਚੋਂ ਆ ਕਿਹਨੂੰ ਜਾਊਗਾ? ਤਾਂ ਲੋਕ ਸਭਾ ਦਾ ਸਪੀਕਰ ਹੁੰਦਾ, ਇਹ ਮਤਲਬ ਲੋਕ ਸਭਾ ਦੇ ਸਪੀਕਰ ਕੋਲੇ ਜਾਊਗਾ, ਆ ਜਾਊਗਾ ਚੇਅਰਮੈਨ ਕੋਲੇ। ਰਾਜ ਸਭਾ ਦਾ ਕੌਣ ਹੁੰਦਾ? ਚੇਅਰਮੈਨ। ਚੇਅਰਮੈਨ ਕੌਣ ਹੁੰਦਾ? ਜਿਹੜੇ ਆਪਣੀ ਕੰਟਰੀ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ, ਠੀਕ ਆ। ਵਾਈਸ ਪ੍ਰੈਜ਼ੀਡੈਂਟ ਕੀ ਹੁੰਦੇ ਨੇ? ਚੇਅਰਮੈਨ ਹੁੰਦੇ ਰਾਜ ਸਭਾ ਦੇ। ਬਾਕੀ ਚਾਹੇ ਸਪੀਕਰ ਆ ਚਾਹੇ ਚੇਅਰਮੈਨ ਆ, ਇਹ ਰਿਫਿਊਜ਼ ਵੀ ਕਰ ਸਕਦੇ ਆ, ਐਡਮਿਟ ਵੀ ਕਰ ਸਕਦੇ ਆ, ਉਹ ਇਹਨਾਂ ਦੀ ਮਰਜ਼ੀ ਆ।
ਜੇ ਐਡਮਿਟ ਹੋਵੇਗੀ ਤਾਂ ਜਿਹੜਾ ਹੈੱਡ ਹਾਊਸ ਆ, ਠੀਕ ਆ, ਉਹ 3 ਮੈਂਬਰਾਂ ਦੀ ਕਮੇਟੀ ਬਣਾ ਦਿੰਦਾ, ਉਹਦੇ 'ਚ ਚੀਫ ਜਸਟਿਸ ਆਫ ਇੰਡੀਆ ਤਾਂ ਹਾਈ ਕੋਰਟ ਦਾ ਚੀਫ ਹੁੰਦਾ, ਤੇ ਬਾਕੀ ਕੋਈ ਹੋਰ ਜੂਰਿਸਟ ਆ ਜਿਹੜਾ ਉਹਨੂੰ ਐਡ ਕਰ ਲੈਂਦੇ ਆ। ਕਲੀਅਰ ਆ? ਆਹ ਸੀ ਇਹਨਾਂ ਦੇ ਓਥ ਬਾਰੇ। ਓਥ ਸੁਪਰੀਮ ਕੋਰਟ ਨੂੰ ਦੇ ਜੱਜ ਨੇ ਜਿਹੜੇ CGI ਉਹਨਾਂ ਨੂੰ ਰਾਸ਼ਟਰਪਤੀ ਖਵਾਉਂਦੇ ਆ, ਫਿਰ ਬਾਕੀ ਜੱਜਾਂ ਨੂੰ CGI ਆਪ ਖਵਾਉਂਦੇ ਆ। ਬਾਕੀ ਜੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ, ਤਾਂ ਹਾਈ ਕੋਰਟ ਦੇ ਜਿਹੜੇ ਚੀਫ ਨੇ ਉਹਨਾਂ ਨੂੰ ਗਵਰਨਰ, ਔਰ ਜਿਹੜੇ ਬਾਕੀ ਜੱਜ ਨੇ ਉਹਨਾਂ ਨੂੰ ਫਿਰ ਚੀਫ ਜਸਟਿਸ। ਤੇ ਜੇ ਆਪਾਂ ਟੈਨਿਓਰ ਦੀ ਗੱਲ ਕਰੀਏ, ਹਾਈ ਕੋਰਟ 'ਚ ਸੁਪਰੀਮ ਕੋਰਟ ਆ, ਤਾਂ ਇਹਨਾਂ ਦਾ ਟੈਨਿਓਰ ਕੋਈ ਫਿਕਸ ਨਹੀਂ ਹੈਗਾ। ਤੇ ਬਾਕੀ ਆਪਣਾ ਸੰਵਿਧਾਨ ਦੇ ਵਿੱਚ ਆ ਵੀ ਮਤਲਬ 65 ਸਾਲ ਤੱਕ ਤਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਅਟੇਨ ਕਰ ਸਕਦੇ ਆ, ਔਰ 62 ਸਾਲ ਤੱਕ ਹਾਈ ਕੋਰਟ 'ਚ ਅਟੇਨ ਕਰ ਸਕਦੇ ਆ। ਬਾਕੀ ਰਿਜ਼ਾਈਨ ਆ ਜਿਹੜਾ ਉਹ ਪ੍ਰੈਜ਼ੀਡੈਂਟ ਨੂੰ ਜਾਊਗਾ, ਰਿਮੂਵ ਕੀਤੇ ਜਾ ਸਕਦੇ ਆ ਰਾਸ਼ਟਰਪਤੀ ਦੁਆਰਾ, ਪਰ ਇਹਦੇ 'ਚ ਸੰਸਦ ਦੀ ਜਿਹੜੀ ਸਿਫਾਰਸ਼ ਆ ਉਹ ਜ਼ਰੂਰੀ ਆ। ਓਕੇ, ਤਾਂ ਅੱਗੇ ਦੇਖੋ ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਸੈਲਰੀ ਦੀ। ਠੀਕ ਆ, ਤਾਂ ਸੈਲਰੀ ਦੀ ਗੱਲ ਕਰੀਏ, ਜਿਹੜੀ ਤਾਂ ਇਹਨਾਂ ਦੀ ਤਨਖਾਹ ਗਈ, ਅਲੋਇੰਸ ਆ, ਪ੍ਰਿਵਿਲੇਜਸ ਆ, ਲੀਵ ਆ, ਪੈਨਸ਼ਨ ਆ, ਠੀਕ ਆ, ਉਹ ਜਾਂ ਮਤਲਬ ਕਿ ਜੱਜਸ ਦਾ ਜਿੰਨਾ ਵੀ ਕੁਛ ਆ, ਤਾਂ ਇਹ ਸਮੇਂ ਤੇ ਸਮੇਂ ਤੈਅ ਕਿਹਦੇ ਦੁਆਰਾ ਕੀਤਾ ਜਾਂਦਾ? ਸੰਸਦ ਦੇ ਦੁਆਰਾ। ਤਾਂ ਮਤਲਬ ਇਹਨਾਂ ਦੀ ਹੁਣ ਜੇ ਸੈਲਰੀ ਦੀ ਗੱਲ ਕਰੀਏ ਤਾਂ 2018 ਦੇ ਵਿੱਚ ਇਹਨਾਂ ਦੀ ਜਿਹੜੀ ਸੈਲਰੀ ਸੀ ਤਾਂ ਉਹ ਵਧਾਈਆਂ ਗਈਆਂ ਨੇ ਸੈਲਰੀਆਂ। ਠੀਕ ਆ, ਕੀ ਕੀਤੀਆਂ ਗਈਆਂ ਨੇ? ਇਨਕਰੀਜ਼ ਕੀਤੀਆਂ ਗਈਆਂ ਨੇ ਸੈਲਰੀਆਂ। ਤਾਂ ਜਿਹੜੇ ਆਪਣੇ ਆਪਣੇ ਜੱਜ ਸੀਗੇ, ਮੁੱਖ ਜੱਜ ਸੀ, ਉਹਨਾਂ ਦੀ ਪਹਿਲਾਂ ਕਿੰਨੀ ਸੀਗੀ? 1 ਲੱਖ। ਠੀਕ ਆ, 1 ਲੱਖ ਤੋਂ ਵਧਾ ਕੇ ਉਹਨਾਂ ਦੀ ਸੈਲਰੀ ਕੀਤੀ ਗਈ 2,80,000। 2,80,000 ਇਹਨਾਂ ਦੀ ਕੀਤੀ ਗਈ ਚੀਫ ਜੱਜ ਦੀ। ਤੇ ਜਿਹੜੇ ਬਾਕੀ ਜੱਜ ਸੀ ਉਹਨਾਂ ਦੀ ਸੈਲਰੀ 90,000 ਤੋਂ ਵਧਾ ਕੇ 2.5 ਲੱਖ ਕਰਤੀ, 2,50,000 ਰੁਪਏ ਕਰਤੀ। ਬਾਕੀ ਇਹਨਾਂ ਨੂੰ ਫ੍ਰੀ ਅਕਮੋਡੇਸ਼ਨ ਮਿਲਦੀਆਂ ਨੇ, ਜਿਵੇਂ ਕਿ ਮੈਡੀਕਲ ਹੋ ਗਈ, ਕਾਰ ਹੋ ਗਿਆ, ਟੈਲੀਫੋਨ ਹੋ ਗਿਆ। ਬਾਕੀ ਜੇ ਇਹਨਾਂ ਦੀ ਆਪਾਂ ਉਹਦੀ ਤਾਂ ਗੱਲ ਕਰੀਏ ਪੈਨਸ਼ਨ ਦੀ, ਤਾਂ ਜਿਹੜੀ ਇਹਨਾਂ ਦੀ ਲਾਸਟ ਸੈਲਰੀ ਹੁੰਦੀ ਆ ਨਾ, ਜਮਾ ਇਹਨਾਂ ਦੀ ਲਾਸਟ ਸੈਲਰੀ ਹੁੰਦੀ ਆ, ਉਹਦਾ 50% ਇਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਹੈ। ਤਾਂ ਸੈਲਰੀ ਕਲੀਅਰ ਹੈ ਇਹਨਾਂ ਦੀ, ਤੇ ਟੈਨਿਓਰ ਇਹਨਾਂ ਦਾ ਕਲੀਅਰ ਆ। ਬਾਕੀ ਜੇ ਅਪੁਆਇੰਟਮੈਂਟ ਦੀ ਗੱਲ ਕਰੀਏ, ਹੁਣ ਆਪਾਂ ਜਿਵੇਂ ਪਹਿਲਾਂ ਦੇਖ ਕੇ ਹਟੇ ਹਾਂ ਅਪੁਆਇੰਟਮੈਂਟ ਇਹਨਾਂ ਦੀ, ਉਹ ਆਪਾਂ ਅਪੁਆਇੰਟਮੈਂਟ ਜੱਜ ਦੀ ਦੇਖੀ ਸੀ, ਹੁਣ ਆਪਾਂ ਅਪੁਆਇੰਟਮੈਂਟ CGI ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਦੀ ਦੇਖਦੇ ਹਾਂ। ਤਾਂ ਦੇਖੋ 1950 ਤੋਂ ਲੈ ਕੇ 1973 ਤੱਕ, ਤਾਂ ਉਦੋਂ ਤੱਕ ਦਾ ਆਪਣੇ ਪ੍ਰੋਸੀਜਰ ਚੱਲੀ ਗਿਆ ਵੀ ਜਿਹੜਾ ਸਭ ਤੋਂ ਸੀਨੀਅਰ ਹੋਊਗਾ ਸੁਪਰੀਮ ਕੋਰਟ ਦੇ ਵਿੱਚ, ਜਿਹੜਾ ਸਭ ਤੋਂ ਸੀਨੀਅਰ ਜੱਜ ਹੋਊਗਾ ਉਹ CGI ਬਣ ਜਾਊਗਾ। ਠੀਕ ਆ, ਪਰ 1973 ਦੇ ਵਿੱਚ ਕੀ ਹੁੰਦਾ, ਮਤਲਬ ਵਾਇਓਲੇਟ ਕਰ ਦਿੰਦੇ ਇਹਨੂੰ ਇੰਦਰਾ ਗਾਂਧੀ ਜੀ, AN ਰੇ ਨੂੰ ਬਣਾ ਦਿੰਦੇ ਨੇ, ਜਦ ਕਿ 3 ਸੀਨੀਅਰ ਜੱਜ ਹੋਰ ਹੁੰਦੇ ਨੇ, ਤਾਂ ਉਹਨਾਂ ਨੂੰ ਛੱਡ ਕੇ ਇਹਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ 1977 ਦੇ ਵਿੱਚ M ਬੇਗ ਬਣਦੇ ਨੇ। ਠੀਕ ਆ, ਤਾਂ ਇਹਨਾਂ ਨੂੰ ਵੀ ਮਤਲਬ ਕਿ ਦੂਸਰੇ ਜੱਜਾਂ ਨੂੰ ਛੱਡ ਕੇ ਫਿਰ ਇਹਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਇਹ ਤੋਂ ਬਾਅਦ 'ਚ ਜਿਹੜਾ ਆਪਾਂ ਕੇਸ ਦੀ ਗੱਲ ਕਰੀ ਸੀ 1993 ਦੇ ਵਿੱਚ, ਜਿਹੜਾ ਕੇਸ ਆਇਆ ਸੀਗਾ ਦੂਸਰਾ ਜੱਜ ਵਾਲਾ ਕੇਸ ਸੀਗਾ, ਤਾਂ ਇਹਦੇ ਵਿੱਚ ਕਿਹਾ, ਠੀਕ ਆ, ਵੀ ਜਿਹੜਾ ਸੀਨੀਅਰ ਜੱਜ ਹੋਊਗਾ, ਠੀਕ ਆ, ਜਿਹੜਾ ਸਭ ਤੋਂ ਸੀਨੀਅਰ ਮੋਸਟ ਜੱਜ ਹੋਊਗਾ, ਉਹੀ ਬਣੂਗਾ ਚੀਫ ਜਸਟਿਸ ਆਫ ਇੰਡੀਆ। ਤਾਂ ਇਹ ਮਤਲਬ ਕਿ 2-3 ਵਾਰੀ ਵਿੱਚ ਦੀ ਬ੍ਰੇਕ ਹੋ ਗਿਆ ਸੀਗਾ 1950 ਤੋਂ ਲੈ ਕੇ 1973 ਤੱਕ, ਪਹਿਲਾਂ ਤਾਂ ਚੱਲਦਾ ਰਿਹਾ ਪ੍ਰੋਸੀਜਰ ਸਹੀ ਪੂਰਾ। ਕਲੀਅਰ? ਤਾਂ ਅਪੁਆਇੰਟਮੈਂਟ ਬਾਰੇ ਆਪਾਂ ਇਹਨਾਂ ਦੇ ਬਾਰੇ ਗੱਲ ਕਰ ਲਈ, ਆਪਾਂ ਜਿਹੜੇ ਕੇਸ ਸੀਗੇ ਉਹਨਾਂ ਦੇ ਬਾਰੇ ਗੱਲ ਕਰ ਲਈ। ਤੇ 2014 ਦੇ ਵਿੱਚ BJP ਦੁਆਰਾ NJAC ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮਿਸ਼ਨ ਲੈ ਕੇ ਆਂਦਾ ਗਿਆ, ਉਹਦੇ ਬਾਰੇ ਆਪਾਂ ਦੇਖ ਲਿਆ। ਤੇ 2015 ਦੇ ਵਿੱਚ ਉਹਨੂੰ ਅਨਕਨਸਟੀਟਿਊਸ਼ਨਲ ਕਹਿਤਾ ਸੀਗਾ, ਉਹ ਵੀ ਆਪਾਂ ਦੇਖ ਲਿਆ। ਠੀਕ ਆ, ਤਾਂ 2015 ਨੂੰ ਆਪਾਂ 4th ਜੱਜ ਕੇਸ ਕਹਿ ਦਿੰਦੇ ਹਾਂ। ਤੇ ਇਹਨਾਂ ਦੀ ਸੈਲਰੀ ਦੇ ਬਾਰੇ ਕਦੋਂ ਵਧੀ, ਤਾਂ ਇਹਦੇ ਬਾਰੇ ਵੀ ਆਪਾਂ ਦੇਖ ਲਿਆ। ਟੈਨਿਓਰ ਦੇ ਬਾਰੇ ਵੀ ਗੱਲ ਕਰ ਲਈ। ਤਾਂ ਅਪੁਆਇੰਟਮੈਂਟ CGI ਇਹਦੇ ਬਾਰੇ ਵੀ ਆਪਾਂ ਗੱਲ ਕਰ ਲਈ। ਤੇ ਜਿਹੜੇ ਵੀ ਜੱਜ ਨੇ ਬਾਕੀ ਉਹਨਾਂ ਦੀ ਅਪੁਆਇੰਟਮੈਂਟ ਆ ਉਹਦੇ ਬਾਰੇ ਵੀ ਆਪਾਂ ਗੱਲ ਕਰ ਲਈ। ਠੀਕ ਆ, ਤਾਂ ਹੁਣ ਅੱਗੇ ਦੇਖੋ ਐਕਟਿੰਗ ਚੀਫ ਜਸਟਿਸ। ਹੁਣ ਐਕਟਿੰਗ ਚੀਫ ਜਸਟਿਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਅਪੁਆਇੰਟ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ? ਇਹਨਾਂ ਨੂੰ ਅਪੁਆਇੰਟ ਕਰਦੇ ਨੇ ਰਾਸ਼ਟਰਪਤੀ। ਹੁਣ ਐਕਟਿੰਗ ਕਿਹੜੇ ਹੁੰਦੇ ਨੇ? ਮਤਲਬ ਕਿ ਜਿਹੜੇ ਮਤਲਬ ਖਾਲੀ ਹੋਣ ਤੇ ਬਣਦੇ ਆ ਨਾ ਥੋੜੇ ਟਾਈਮ ਲਈ, ਉਹਨਾਂ ਨੂੰ ਕਹਿੰਦੇ ਅਸੀਂ ਐਕਟਿੰਗ ਚੀਫ ਜਸਟਿਸ। ਤਾਂ ਇਹਨਾਂ ਨੂੰ ਰਾਸ਼ਟਰਪਤੀ ਅਪੁਆਇੰਟ ਕਰਦੇ ਨੇ। ਜਦੋਂ ਕਦੋਂ ਕਰਦੇ ਨੇ? ਮਤਲਬ ਕਿ 3 ਹੁੰਦੇ ਆ, 3 ਤਰੀਕੇ ਹੁੰਦੇ ਆ। ਜਾਂ ਤਾਂ ਆਪਣੇ CGI ਦੀ ਪੋਸਟ ਆ ਜਿਹੜੀ ਉਹ ਵੈਕੈਂਟ ਹੋਵੇ, ਮਤਲਬ ਕਿ ਖਾਲੀ ਹੋਵੇ, ਜਾਂ ਤਾਂ ਉਹਦੀ ਪੋਸਟ ਖਾਲੀ ਹੋਵੇ, ਤੇ ਜਾਂ ਫਿਰ ਉਹ ਐਬਸੈਂਟ ਹੋਣ ਟੈਂਪਰੇਰੀ ਪੀਰੀਅਡ ਦੀ। ਠੀਕ ਆ, ਮਤਲਬ ਕਿ ਕੁਛ ਕੁ ਸਮੇਂ ਦੇ ਲਈ ਉਹ ਐਬਸੈਂਟ ਨੇ, ਜਾਂ ਫਿਰ ਉਹ ਅਨੇਬਲ ਹੋਣ ਪਰਫਾਰਮ ਕਰਨ ਦੇ ਲਈ ਆਪਦੀਆਂ ਡਿਊਟੀਜ਼। ਠੀਕ ਆ, ਤਾਂ ਇਹ 3 ਬੇਸ ਨੇ ਵੀ ਜਦੋਂ ਫਿਰ ਆਪਣੇ ਐਕਟਿੰਗ ਚੀਫ ਜਸਟਿਸ ਨੇ ਜਿਹੜੇ ਉਹ ਅਪੁਆਇੰਟ ਕਰੇ ਜਾਂਦੇ ਆ। ਇੱਕ ਇਹ ਤੋਂ ਬਾਅਦ 'ਚ ਆਪਣੇ ਕੋਲ ਹੁੰਦਾ ਐਡ ਹੌਕ ਜੱਜ। ਓਕੇ, ਮਤਲਬ ਜੇ ਆਪਣੇ ਕੋਲੇ ਕੋਰਮ ਘੱਟ ਹੋਵੇ, ਕੋਰਮ ਹੁੰਦਾ ਵੀ ਜਿਵੇਂ ਕਿ ਕੋਈ ਸੈਸ਼ਨ ਸ਼ੁਰੂ ਕਰਨਾ, ਠੀਕ ਆ, ਤਾਂ ਉਹਦੇ ਵਿੱਚ ਜਿੰਨੇ ਘੱਟ ਤੋਂ ਘੱਟ ਬੰਦਿਆਂ ਦੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਨਾਲੋਂ ਘੱਟ ਜਾਣ, ਤਾਂ ਫਿਰ ਉਹ ਕਹਿੰਦੇ ਵੀ ਕੋਰਮ ਉਹ ਹੁੰਦਾ ਵੀ ਜਿੰਨਾ ਮਿਨੀਮਮ ਬੰਦੇ ਚਾਹੀਦੇ ਹੁੰਦੇ ਆ ਉਹਨੂੰ ਸਟਾਰਟ ਕਰਨ ਦੇ ਲਈ। ਜੇ ਕੋਰਮ ਘੱਟ ਹੋਵੇ, ਠੀਕ ਹੈ, ਸੈਸ਼ਨ ਸ਼ੁਰੂ ਕਰਨ ਦੇ ਲਈ,
ਤਾਂ ਜਿਹੜੇ ਇਹਦੇ ਆਪਣੇ ਸੁਪਰੀਮ ਕੋਰਟ ਦੇ CGI ਹੁੰਦੇ ਨੇ, ਜਾਣੀ ਕਿ ਮੁੱਖ ਜੱਜ ਹੁੰਦੇ ਨੇ, ਉਹ ਅਪੁਆਇੰਟ ਕਰ ਸਕਦੇ ਆ, ਠੀਕ ਆ। ਤੇ ਟੈਂਪਰੇਰੀ ਪੀਰੀਅਡ ਦੇ ਲਈ ਹੁੰਦੇ ਨੇ, ਮਤਲਬ ਉਹ ਜੱਜ ਸੁਪਰੀਮ ਕੋਰਟ ਦੇ ਜੱਜ ਬਣਨ ਦੀ ਯੋਗਤਾ ਰੱਖਦੇ ਨੇ, ਉਹ ਬੰਦਿਆਂ ਨੂੰ ਹੀ ਐਡ ਹੋਕ ਜੱਜ ਬਣਾਇਆ ਜਾ ਸਕਦਾ। ਓਕੇ, ਬਾਕੀ ਉਹ ਸੰਬੰਧਿਤ ਕੋਰਟ ਦੇ ਜਿਹੜੇ ਚੀਫ ਹੁੰਦੇ ਨੇ, ਜਿਵੇਂ ਕਿ ਮੰਨ ਲਓ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਕੋਈ ਐਡ ਹੋਕ ਜੱਜ ਲੈਣਾ ਉਹਨਾਂ ਨੇ, ਤਾਂ ਫਿਰ ਆਪਣੇ ਜਿਹੜੇ ਇੱਥੋਂ ਦੇ ਚੀਫ ਜਸਟਿਸ ਹੋਣਗੇ ਤਾਂ ਉਹਨਾਂ ਦੇ ਨਾਲ ਇਹ ਕੀ ਕਰਨਗੇ, ਸਲਾਹ ਕਰਨਗੇ, ਠੀਕ ਆ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਸੀਟ ਦੀ। ਸੀਟ ਹੁਣ ਸੁਪਰੀਮ ਕੋਰਟ ਦੀ ਕਿੰਨੀਆਂ ਸੀਟਾਂ ਨੇ? ਇੱਕ ਹੀ ਸੀਟ ਆ, ਉਹ ਵੀ ਉੱਥੇ ਦਿੱਲੀ ਦੇ ਵਿੱਚ ਆ। ਤਾਂ ਸੰਵਿਧਾਨ ਨੇ ਕਿਹਨੂੰ ਬਣਾਇਆ ਗਾ? ਉਹ ਬਣਾਇਆ ਉਹਨਾਂ ਨੇ ਦਿੱਲੀ ਨੂੰ। ਕਲੀਅਰ ਆ। ਪਰ ਜਿਹੜੇ CGI ਨੇ ਹੋਰ ਬਣਾ ਸਕਦੇ ਆ, ਠੀਕ ਆ, ਹੋਰ ਬਣਾ ਸਕਦੇ ਆ ਕਿ ਸੁਪਰੀਮ ਕੋਰਟ ਦੀ ਸੀਟ ਨੂੰ, ਸਾਰੇ ਕੰਮ ਉੱਥੇ ਵੀ ਫਿਰ ਉਵੇਂ ਹੋਇਆ ਕਰਨਗੇ, ਠੀਕ ਆ। ਤੇ ਮਤਲਬ ਇਹਦੇ 'ਚ ਨਾਲ ਅਪਰੂਵਲ ਚਾਹੀਦਾ ਇਹਨਾਂ ਨੂੰ ਪ੍ਰੈਜ਼ੀਡੈਂਟ ਦਾ, ਜਿਵੇਂ ਕਿ ਆਪਣਾ ਇੰਡੀਆ, ਠੀਕ ਆ। ਤਾਂ ਹੁਣ ਤਾਂ ਇੱਥੇ ਜੇ ਆਪਣਾ ਦਿੱਲੀ ਹੈ, ਠੀਕ ਆ, ਤਾਂ ਇੱਥੇ ਪੈਂਦਾ, ਤਾਂ ਇਹਨਾਂ ਨੂੰ ਇੱਥੋਂ ਬਹੁਤ ਦੂਰ ਪੈਂਦਾ, ਇਹਨਾਂ ਨੂੰ ਇੱਥੋਂ ਆਉਣਾ ਬਹੁਤ ਦੂਰ ਪੈਂਦਾ ਕੇਸਾਂ ਦੇ ਲਈ। ਤਾਂ ਇਹਨਾਂ ਦੀ ਡਿਮਾਂਡ ਆ ਵੀ ਇੱਥੇ ਸੀਟ ਹੋਣੀ ਚਾਹੀਦੀ, ਇੱਧਰ ਦੀ ਡਿਮਾਂਡ ਆ ਵੀ ਇੱਥੇ ਵੀ ਸੀਟ ਹੋਣੀ ਚਾਹੀਦੀ ਆ। ਤਾਂ ਕਰਕੇ ਆਪਣੇ ਇੰਡੀਆ ਦੇ ਵਿੱਚ ਇਹ ਰੌਲਾ ਚੱਲਦਾ ਵੀ ਮਤਲਬ ਉਹ ਬਣਾਈ ਜਾ ਸਕਦੀ ਆ, ਪਰ ਹਜੇ ਤੱਕ ਆਪਣੇ ਜਿਹੜੀ ਸੀਟ ਆ ਉਹ ਦਿੱਲੀ ਦੇ ਵਿੱਚ ਹੀ ਆ, ਠੀਕ ਆ। ਤਾਂ ਇਹਦੇ ਵਿੱਚ ਦੇਖਿਆ ਤੁਸੀਂ, ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਜਿਹੜਾ ਇਹਦੇ ਲਈ ਜੱਜ ਬਣਨ ਦੇ ਲਈ ਆਪਣੇ ਕੋਲੇ ਯੋਗਤਾਵਾਂ ਨੇ ਜਿਹੜੀਆਂ, ਉਹ ਕੀ ਕੀ ਹੋਣੀਆਂ ਚਾਹੀਦੀਆਂ ਨੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਯੋਗਤਾਵਾਂ ਦੀ, ਠੀਕ ਆ। ਤਾਂ ਯੋਗਤਾਵਾਂ ਸੁਪਰੀਮ ਕੋਰਟ ਦਾ ਬਣਨ ਦੇ ਲਈ ਕੀ ਹੋਣੀਆਂ ਚਾਹੀਦੀਆਂ? ਮਤਲਬ ਸੰਵਿਧਾਨ ਦੇ ਵਿੱਚ ਮਿਨੀਮਮ ਉਮਰ ਤਾਂ ਹੈ ਉਹ ਨਹੀਂ। ਤਾਂ ਪਹਿਲੇ ਨੰਬਰ 'ਤੇ ਕੀ ਹੋਣਾ ਚਾਹੀਦਾ? ਉਹ ਸਿਟੀਜ਼ਨ ਇੰਡੀਆ ਦਾ ਹੋਣਾ ਚਾਹੀਦਾ। ਅਤੇ ਬਾਕੀ ਜੇ ਉਹ ਹਾਈ ਕੋਰਟ ਦੇ ਵਿੱਚੋਂ ਆਊਗਾ ਤਾਂ ਹਾਈ ਕੋਰਟ ਦੇ ਥਰੂ ਹੀ ਉਹ, ਜੇ ਹਾਈ ਕੋਰਟ ਦੇ ਵਿੱਚ ਉਹ ਜੱਜ ਆ ਤਾਂ ਉਹ 5 ਸਾਲ ਤੱਕ ਰਿਹਾ ਹੋਣਾ ਚਾਹੀਦਾ। ਬਾਕੀ ਜੇ ਉੱਥੇ ਉਹ ਐਡਵੋਕੇਟ ਆ ਫਿਰ ਉਹਦਾ ਐਕਸਪੀਰੀਅੰਸ ਕਿੰਨੇ ਸਾਲ ਦਾ ਹੋਣਾ ਚਾਹੀਦਾ? 10 ਈਅਰਸ ਦਾ। ਓਕੇ, ਬਾਕੀ ਪਾਰਲੀਮੈਂਟ ਆ ਜਿਹੜੀ ਉਹ ਜੱਜਸ ਦੀ ਗਿਣਤੀ ਵਧਾ ਸਕਦੀ ਆ। ਤੇ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਲਈ ਵੀ ਸਿਟੀਜ਼ਨ ਇੰਡੀਆ ਹੋਣਾ ਚਾਹੀਦਾ। ਬਾਕੀ ਉਹ ਜੱਜ ਹੋਵੇ ਚਾਹੇ ਵਕੀਲ ਹੋਵੇ ਤਾਂ 10 ਸਾਲ ਦਾ ਐਕਸਪੀਰੀਅੰਸ ਚਾਹੀਦਾ ਉਹਨੂੰ, ਠੀਕ ਆ, ਚਾਹੇ ਐਡਵੋਕੇਟ ਆ ਚਾਹੇ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਕੋਈ ਜੱਜ ਆ। ਬਾਕੀ ਜਿਹੜੇ ਇਹਨਾਂ ਦੇ ਆਰਟੀਕਲ ਸੀਗੇ ਜਾਂ ਇਹਨਾਂ ਦਾ ਜੂਰੀਡਿਕਸ਼ਨ ਆ, ਜਿਵੇਂ ਕਿ ਓਰੀਜਨਲ ਹੋ ਗਿਆ, ਅਪੀਲੇਟ ਹੋ ਗਿਆ, ਐਡਵਾਈਜ਼ਰੀ ਹੋ ਗਈ, ਜੁਡੀਸ਼ੀਅਲ ਰਿਵਿਊ ਹੋ ਗਿਆ, ਰਿਟ ਪਾਵਰ ਹੋ ਗਈਆਂ, ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਕਵਰ ਕਰਾਂਗੇ। ਔਰ ਜਿਹੜੇ ਇਹਨਾਂ ਦੇ ਆਪਣੇ ਕੋਲ ਆਰਟੀਕਲ ਨੇ ਇੰਪੋਰਟੈਂਟ, ਜਿੰਨੇ ਆਰਟੀਕਲ ਨੇ ਆਪਾਂ ਸਾਰੇ ਦੇਖਾਂਗੇ। ਜਿਹੜੀਆਂ ਇਹਨਾਂ ਦੀਆਂ ਰਿਟ ਹੁੰਦੀਆਂ ਨੇ, ਮੈਂਡੇਮਸ ਆ, ਪ੍ਰੋਹਿਬਿਸ਼ਨ ਆ, ਹੈਬੀਅਸ ਕਾਰਪਸ ਆ, ਜਿਹੜੀਆਂ ਮੈਨੇ ਸਾਰੀਆਂ ਉਹ ਆਪਾਂ ਦੇਖਾਂਗੇ, ਠੀਕ ਆ। ਤਾਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤੇ ਉਮੀਦ ਕਰਦੇ ਹਾਂ ਵੀ ਤੁਸੀਂ ਸਾਰਾ ਨੋਟ ਕੀਤਾ ਹੋਊਗਾ। ਔਰ ਜਿਨ੍ਹਾਂ ਨੂੰ ਵੀ ਵੀਡੀਓ ਚੰਗੀ ਲੱਗੀ ਉਹ ਅੱਗੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਔਰ ਅਸੀਂ ਜਲਦ ਹੀ ਇਹਦਾ ਅਗਲਾ ਪਾਰਟ ਆ ਜਿਹੜਾ ਉਹ ਲੈ ਕੇ ਆਵਾਂਗੇ ਤੁਹਾਡੇ ਲਈ, ਤਾਂ ਜੋ ਤੁਹਾਨੂੰ ਜੁਡੀਸ਼ਰੀ ਦਾ ਟੌਪਿਕ ਆ ਉਹ ਪ੍ਰੋਪਰ ਕਲੀਅਰ ਹੋ ਸਕੇ, ਠੀਕ ਆ। ਤੇ ਇਹ ਤੋਂ ਬਾਅਦ 'ਚ ਆਪਾਂ ਇਹਨਾਂ ਦੇ MCQs, ਜਦੋਂ ਆਪਣਾ 2 ਜਾਂ 3 ਪਾਰਟ ਦੇ ਵਿੱਚ ਇਹਨੂੰ ਆਪਾਂ ਪ੍ਰੋਪਰ ਜੁਡੀਸ਼ਰੀ ਨੂੰ ਖਤਮ ਕਰ ਦੇਣਾ, ਤਾਂ ਫਿਰ ਇਹ ਤੋਂ ਬਾਅਦ 'ਚ ਆਪਾਂ MCQ ਜਿਹੜੇ ਮਤਲਬ ਕਿ ਕਿਸੇ ਵੀ ਸਟੇਟ ਦੇ ਐਗਜ਼ਾਮ ਦੇ ਵਿੱਚ ਜਾਂ ਫਿਰ UPSC ਦੁਆਰਾ ਜਾਂ ਫਿਰ ਹੋਰ ਵੇਰੀਅਸ ਸਟੇਟ ਐਗਜ਼ਾਮਸ ਹੁੰਦੇ ਨੇ ਉਹਨਾਂ ਦੇ ਦੁਆਰਾ ਜਿਹੜੇ ਆਲਰੇਡੀ ਪੁੱਛੇ ਗਏ ਆ, ਤਾਂ ਉਹਦੇ ਵਿੱਚੋਂ ਤੁਹਾਡੇ ਲਈ ਆਪਾਂ ਬਣਾਵਾਂਗੇ MCQs, ਠੀਕ ਆ। ਤਾਂ ਤੁਸੀਂ ਉਹਦੇ ਵਿੱਚ ਵੀ ਪਾਰਟਿਸਿਪੇਟ ਜ਼ਿਆਦਾ ਤੋਂ ਜ਼ਿਆਦਾ ਕਰਨਾ ਔਰ ਤੁਸੀਂ ਆਪਣੇ ਆਪ ਤੋਂ ਨੋਟ ਕਰਿਆ ਕਰੋ, ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਲਰਨ ਕਰਨ ਲੱਗੇ ਕੋਈ ਸਮੱਸਿਆ ਨਾ ਆਵੇ। ਥੈਂਕ ਯੂ।